ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸਨ ਸੋਏ ਦੋਹਰਾ ਧੰਨ ਹੈ ਕਲਯੁਗ ਜੁਗ ਖਰਾ ਕਰਨੀ ਥੋਰੀ ਹੋਏ और जुगन ते अत पलो पार उतारे सोए वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनों, रोजाना की तरह पातशाह जी की अपार कृपा बख्शिश का सदका पिछले पहरां दे दीवान सजाउंदे होए आप जी गुरु चरनां विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। पिछले दिनी आपां विचारां सरवण कर रहे सी धन धन श्री गुरु गोबिंद सिंह महाराज ए युग की महानता दस रहे सी कि कलयुग दे विच थोड़ी भजन बंदगी नाल भी जीव का उधार हो जाता है। पिछले युगों च बड़ियां लंबियां उमरां होंदियां सन मनुख दियां और लंबा समा मनुख जिहड़ा है तपस्या भगती करदा रहिंदा ते अखीर ते जाके कई वारी वो मनुख पार ना हुंदा। पर कलयुग उत्तम युगा माहे ऐ कर करे सो ऐ कर पाए, इस हथ नाल करो ते इसे हथ नाल फल तुरत मिलदा। गल चली सी माता जीतो जी दे ब्रह्म ਗਿਆਨੀਆਂ ਦੀ ਤਰ੍ਹਾਂ ਬ੍ਰਹਮ ਰੁੰਦਰ ਚੋਂ ਸਰੀਰ ਤਿਆਗਣ ਦੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਇਸ ਵਿਸ਼ੇ ਤੇ ਅਨੇਕਾਂ ਤਰ੍ਹਾਂ ਦੀਆਂ ਵਿਚਾਰਾਂ ਸੁਣਾ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਔਰ ਕਲਯੁਗ ਦੀ ਮਹਾਨਤਾ ਦੱਸੀ। ਔਰ ਇਹ ਕਲਯੁਗ ਦੇ ਸਮੇਂ ਦੇ ਵਿੱਚ ਨਾਮ ਦੀ ਮਹਾਨਤਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਇਸ ਕਰਕੇ सतयुग सत त्रेता जगी द्वापर पूजा चार कल केवल नाम आधार। बस होर कुछ नहीं करना, गृहस्थी जीवन बतीत करो हसंदियाँ खिलंदियाँ पहनंदियाँ खवंदियाँ विचे होवे मुक्त नानक सतगुर भेटिया ऐसी होवे जुगत। तो ये जुगत जिहड़ा गुरु बना दिंदा है कि गृहस्थी जीवन दीयां जिम्मेवारियां निभाउंदे होए ही असीं पार हो सकते हाँ। तो नाम की महिमा अज दे समय दे विच बाकी जितने भी कर्मकांड चलते सन पहला योग साधनावां धूणियां तापणियां जल धारे करने ये सब पातशाह ने कंडम कर दिते कैंसल कर दिते। तो आओ अगली कथा चलती है। एक बार सिख संगतां ने सलाह बनाई आ बई धन धन श्री गुरु गोबिंद सिंह महाराज जी के दर्शन कितने सोहने हुंदे आ ते जे किते इन्हां दा आ बैठण वाली सारी जगह सिंघासन जिहड़ा है ਸਮੇਤ ਉਹ ਬਿਲਡਿੰਗ ਦੇ ਸੋਨੇ ਦਾ ਬਣਾ ਦਿੱਤਾ ਜਾਵੇ। ਕੋਈ ਸਤਨਾਮ ਸੰਗਤਾਂ ਨੇ ਫੁਰਨਾ ਬਣਾ ਲਿਆ
ਤੇ ਸਤਿਗੁਰਾਂ ਨੇ ਉਹਨਾਂ ਦਾ ਫੁਰਨਾ ਸਮਝਿਆ, ਫੜਿਆ ਅੰਤਰਜਾਮਤਾ ਨਾਲ। ਤੇ ਫਿਰ ਕੀ ਕੀਤਾ, ਇਹ ਵਿਚਾਰ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਤਾਨੇ ਕਲਯੁਗ ਜੁਗ ਖਰਾ ਕਰਨੀ ਥੋਰੀ ਹੋਏ। ਪਾਤਸ਼ਾਹ ਜੀ ਕਹਿ ਰਹੇ ਸੀ ਧੰਨ ਹੈ ਇਹ ਕਲਯੁਗ ਦਾ ਸਮਾਂ, ਇਹ ਖਰਾ ਯੁੱਗ ਹੈ, ਚੰਗਾ ਯੁੱਗ ਹੈ। ਔਰ ਜੇ ਕੋਈ ਜੀਵ ਸੱਚ ਤੇ ਚੱਲਦਾ ਹੋਇਆ ਥੋੜੀ ਜਿਹੀ ਵੀ ਚੰਗੀ ਕਰਨੀ ਕਰਦਾ ਹੈ, ਕਰਨੀ ਹੀ ਉੱਥੇ ਵੇਖੀ ਜਾਂਦੀ ਹੈ। ਤੇ ਜਿਹੜਾ ਮਨੁੱਖ ਸਗਲ ਧਰਮ ਹੈ ਸ਼੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਅੱਜ ਦੇ ਸਮੇਂ ਦੇ ਵਿੱਚ ਬਸ ਚੰਗਾ ਕੰਮ ਕਰੋ ਔਰ ਨਾਮ ਜਪੋ। ਸੇਵਾ ਤੇ ਸਿਮਰਨ, ਸਿਮਰਨ ਪਰਮੇਸ਼ਰ ਦਾ ਔਰ ਸੇਵਾ ਜਿਹੜੀ ਹੈ ਉਹਦੀ ਸ੍ਰਿਸ਼ਟੀ ਦੀ। ਇਹ ਦੋ ਚੀਜ਼ਾਂ ਸਾਨੂੰ ਪਾਰ ਲਾਉਣਗੀਆਂ। ਜਿਵੇਂ ਪੰਛੀ ਦੇ ਦੋ ਖੰਭ ਹੁੰਦੇ ਹਨ, ਸਾਨੂੰ ਵੀ ਦੋ ਖੰਭ ਦਿੱਤੇ। ਸੇਵਾ ਸਿਮਰਨ ਪੰਖ ਪਛਾਣੋ, ਸਿੱਖ ਗੁਰੂ ਕਾ ਸਿੰਘ ਗੁਰੂ ਕਾ ਪੰਛੀ ਜਾਣੋ। तो इस तरह प्रीतम जी कहते कलयुग बहुत चंगा है और जुगन ते अत भलो पार उतारे सोए। बाकी सारे युगां तो ये चंगा है क्योंकि ਇਹਦੇ ਵਿੱਚ ਮਨੁੱਖ ਥੋੜੀ ਜੀ ਭਗਤੀ ਕਰਕੇ ਵੀ ਪਾਰ ਹੋ ਸਕਦਾ ਹੈ। ਬਲਕਿ 10ਵੇਂ ਪਾਤਸ਼ਾਹ ਜੀ ਤਾਂ ਕਹਿੰਦੇ ਜੇ ਤੂੰ ਮਰਦਾ ਮਰਦਾ ਵੀ ਮੈਨੂੰ ਯਾਦ ਕਰ ਲਵੇਂ ਮੈਂ ਤੈਨੂੰ ਸੰਸਾਰ ਸਮੁੰਦਰ ਚੋਂ ਕੱਢ ਕੇ ਲੈ ਜਾਵਾਂਗਾ। ਏਕ ਚੀਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ बीच न आयो। इन्नी सतगुरु कृपा करते हैं। दोहरा छोटी मसंदन ते सकल संगत देश विदेश। पिछे आपां ने सरवण कीता सी जदों सतगुरां ने मसंदगी खत्म कर दिती। ਜਿਹੜੇ ਮਸੰਦ ਚਲਾਏ ਸਨ ਤੀਜੇ ਪਾਤਸ਼ਾਹ ਜੀ ਦੇ ਸਮੇਂ ਤੋਂ, ਜਿਨ੍ਹਾਂ ਦਾ ਡਿਊਟੀ ਲਾਈ ਗਈ ਸੀ 22 ਮੰਜੀਆਂ ਥਾਪੀਆਂ ਜਾਂ ਹੋਰ ਅੱਗੇ ਤੋਂ ਅੱਗੇ ਉਹਨਾਂ ਨੇ ਪ੍ਰਚਾਰ ਕਰਨਾ, ਸਿੱਖ ਸੰਗਤਾਂ ਤੋਂ ਦਸਵਾਂ ਦਸੌਂਦ ਇਕੱਠਾ ਕਰਕੇ ਲਿਆਉਣਾ। ਹੌਲੀ ਹੌਲੀ ਇਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਵਿੱਚ ਗਿਰਾਵਟ ਆ ਗਈ ਤੇ ਇਸ 10ਵੇਂ ਦਸੌਂਦ ਨੂੰ ਆਪਣੀ ਕਮਾਈ ਸਮਝਣ ਲੱਗ ਪਏ ਤੇ ਵਿੱਚੋਂ ਕੁੰਡੀ ਲਾਉਣ ਲੱਗ ਪਏ। ਔਰ ਇੱਥੇ ਹੀ ਨਹੀਂ ਸੀ, ਉਹਨਾਂ ਦਾ ਜਿਹੜਾ ਈਮਾਨ ਸੀ ਉਹ ਵੀ ਗਿਰ ਗਿਆ। ਉਹਨਾਂ ਦੇ ਅੰਦਰ ਜਿਹੜੀ ਬ੍ਰਹਮਚਰੀਆ ਵਸਤੂ ਸੀ ਉਹ ਵੀ ਖਤਮ ਹੋਣ ਲੱਗੀ। ਔਰ ਇਸ ਤਰ੍ਹਾਂ क्योंकि इन्हां सारे विकारां चों एक शुरू कर दिओ बाकी आटोमैटिक ही मगर आ जाते हैं। तो चोरी जिहड़ी है जब ये शुरू कर दी तो फिर नशियां दे विच भी पै गए तो सिख संगतां नूं दुख दे के उन्हां कोलों वस्तुआं मंगण लगे। तो फिर जब सतगुरां दे कोल शिकायतां आउण लगियां तो सतगुरां ने उन्हां मसंदां नूं जिहड़े गलत सन सजावां भी दित्तियां। ਜਦੋਂ ਬਹੁ ਰੂਪੀਆਂ ਨੇ ਇੱਕ ਵਾਰ ਨਾਟਕ ਬਣਾ ਕੇ ਦਿਖਾਇਆ 10ਵੇਂ ਪਾਤਸ਼ਾਹ ਜੀ ਨੂੰ ਕਿ ਮਹਾਰਾਜ ਮਸੰਦ ਇੱਦਾਂ ਕਰਦੇ ਆ, ਤਾਂ ਸਤਿਗੁਰਾਂ ਨੇ ਉਸੇ ਵੇਲੇ ਮਸੰਦਾਂ ਨੂੰ ਸੱਦ ਕੇ ਕਈਆਂ ਨੂੰ ਸਮਝਾ ਬੁਝਾ ਕੇ ਛੱਡ ਦਿੱਤਾ ਤੇ ਕਈਆਂ ਨੂੰ ਸਜ਼ਾਵਾਂ ਦਿੱਤੀਆਂ ਤੇ ਜਿਨ੍ਹਾਂ ਨੇ ਦੁੱਖ ਦਿੱਤੇ ਸੀ ਉਹਨਾਂ ਨੂੰ ਤੇਲ ਦੇ ਕੜਾਹਿਆਂ ਵਿੱਚ ਸਾੜਿਆ ਵੀ ਗਿਆ। ਹੁਣ ਤੁਸੀਂ ਕਹੋਗੇ ਫਿਰ ਤਾਂ ਸਤਿਗੁਰੂ ਬੜੇ ਹੀ ਗੁੱਸੇਖੋਰ ਸੀ। ਨਹੀਂ, ਇਹਦੇ ਵਿੱਚ ਵੀ ਰਾਜ ਹੈ। ਜਦੋਂ ਪਾਤਸ਼ਾਹ ਜੀ ਨੇ ਇਹ ਕਾਰਜ ਕੀਤਾ ਤੇ ਉਹ ਸੜਦੇ ਹੋਏ ਜ਼ਰੂਰ ਗੁਰੂ ਨੂੰ ਯਾਦ ਕਰਦੇ ਹੋਣਗੇ ਤੇ ਗੁਰੂ ਨੂੰ ਯਾਦ ਕਰਨਾ ਹੀ ਮੌਤ ਤੋਂ ਬਾਅਦ ਨਰਕਾਂ ਤੋਂ ਬਚਣਾ ਹੈ। ਕੋ ਸਤਨਾਮ ਬਚਾਓ ਗੁਰੂ ਜ਼ਰੂਰ ਕਹਿੰਦੇ ਹੋਣਗੇ। ਇਸ ਕਰਕੇ ਗੁਰੂ ਸਾਹਿਬ ਨੇ ਜਿਹੜੇ ਕਿ ਪਾਪਾਂ ਦੇ ਵਿੱਚ ਇੰਨੇ ਗਰਕ ਹੋ ਚੁੱਕੇ ਸੀ ਜਿਨ੍ਹਾਂ ਨੂੰ ਸਾੜਨਾ ਹੀ ਹੁਣ ਜਿਹੜਾ ਸੀ ਆਖਰੀ ਇਲਾਜ ਬਚਿਆ ਸੀ। ਤਾਂ ਜਦੋਂ ਸਿੱਖ ਸੰਗਤਾਂ ਨੂੰ ਇਹਨਾਂ ਮਸੰਦਾਂ ਤੋਂ ਮੁਕਤ ਕਰ ਦਿੱਤਾ, ਮਸੰਦਗੀ ਖਤਮ ਕਰ ਦਿੱਤੀ, ਸੰਗਤਾਂ ਨੂੰ ਹੁਕਮ ਕਰਤਾ ਕਿ ਅੱਜ ਤੋਂ ਬਾਅਦ ਮੇਰਾ ਕੋਈ ਏਜੰਟ ਨਹੀਂ, ਮੇਰਾ ਕੋਈ ਵਿਚੋਲਾ ਨਹੀਂ, ਕੋਈ ਮਸੰਦ ਨਹੀਂ, ਤੁਸੀਂ ਸਿੱਧੇ ਜੋ ਵੀ ਦੇਣਾ ਹੈ ਉਹ ਆਪਣੇ ਹੱਥ ਵਿੱਚ ਲੈ ਕੇ ਆਓ ਤੇ ਮੈਨੂੰ ਜਮ੍ਹਾਂ ਕਰਾਓ ਜੀ। ਆਦਿਕ ਭਾਈ ਸਿੱਖੀ ਜਗਤ ਸ਼ਰਧਾ ਸਹਿਤ ਵਿਸ਼ੇਸ਼। ਤੋ ਇਹਦੇ ਨਾਲ ਕੀ ਹੋਇਆ, ਜਦੋਂ ਹੁਣ ਮਸੰਦਾਂ ਦਾ ਡਰ ਖਤਮ ਹੋ ਗਿਆ, ਪਹਿਲਾਂ ਡਰਨ ਵੀ ਲੱਗ ਪਏ ਲੋਕ ਵੀ ਗੁਰੂ ਕੇ ਆਏ ਆ, ਗੁਰੂ ਕੇ ਆਏ ਆ। ਚੇਫੋ ਚੇਫੀ ਬੜੀ ਸੇਵਾ ਵੀ ਕਰਦੇ, ਜੋ ਮੰਗਦੇ ਉਹ ਦਿੰਦੇ ਵੀ। ਜਦ ਪਾਤਸ਼ਾਹ ਨੇ ਸਪਸ਼ਟ ਕਰਤਾ ਵੀ ਅੱਜ ਤੋਂ ਬਾਅਦ ਇਹਨਾਂ ਮਸੰਦਾਂ ਨੂੰ ਕੁਛ ਨਹੀਂ ਦੇਣਾ ਤਾਂ ਸੰਗਤਾਂ ਦਾ ਡਰ ਵੀ ਨਿਕਲ ਗਿਆ। ਔਰ ਡਰ ਦੇ ਨਿਕਲਦਿਆਂ ਹੀ ਸੰਗਤਾਂ ਵਿੱਚ ਪਿਆਰ ਪ੍ਰੇਮ ਗੁਰੂ ਪ੍ਰਤੀ ਸਿੱਖੀ ਪ੍ਰਤੀ
ਹੋਰ ਵੀ ਵੱਧ ਗਿਆ ਜੀ। ਆਪ ਕਾਰ ਸੰਗਤ ਲੈ ਆਵੈ ਭਾਂਤ ਭਾਂਤ ਕੀ ਭੇਟ ਚੜਾਵੈ। ਹੁਣ ਸਿੱਖ ਸੰਗਤਾਂ ਜੋ ਵੀ ਆਪਣਾ ਦਸਵਾਂ ਦਸੌਂਦ ਘਰੋਂ ਘਰੀ ਇਕੱਤਰ ਕਰਦੀਆਂ, ਜਦੋਂ ਉਹਨਾਂ ਦਾ ਸਮਾਂ ਲੱਗਦਾ, ਦੋ ਤਾਂ ਸਮੇਂ ਮਿੱਥੇ ਹੋਏ ਸਨ, ਵਿਸਾਖੀ ਤੇ ਦੀਵਾਲੀ, ਇਹਨਾਂ ਦੋ ਤਿਉਹਾਰਾਂ ਤੇ ਸੰਗਤ ਜ਼ਰੂਰ ਪਹੁੰਚਦੀ ਸੀ। ਔਰ ਇਸ ਕਰਕੇ ਫਿਰ ਉਹ ਆਪਣੇ ਹੱਥ ਵਿੱਚ ਆਪਣੀਆਂ ਗੁਰੂ ਦੇ ਪ੍ਰਤੀ ਕੱਢੀਆਂ ਭੇਟਾਵਾਂ, ਖਰੀਦੀਆਂ ਵਸਤੂਆਂ ਜਾਂ ਮਾਇਆ ਹੱਥੀਂ ਲਿਆ ਕੇ ਭੇਟ ਕਰਦੇ ਜੀ। ਅਨ ਗਨ ਧਨ ਭੂਖਨ ਅਰਪੰਤੇ ਬਹੁਤ ਮੋਲ ਕੇ ਬਸਤਰ ਸੋਭੰਤੇ। ਕੋਈ ਸਿੱਧੀ ਡਾਇਰੈਕਟ ਬੇਅੰਤ ਮਾਇਆ ਹੀ ਲੈ ਆਉਂਦਾ, ਕੋਈ ਮਾਇਆ ਨੂੰ ਖਰਚ ਕੇ ਆਪਣੇ ਇਲਾਕੇ ਦੇ ਵਿੱਚ ਮਿਲਣ ਵਾਲੀਆਂ ਕੀਮਤੀ ਵਸਤੂਆਂ, ਵਸਤਰ ਆਦਿ, ਜਿਵੇਂ ਕਸ਼ਮੀਰ ਦੇ ਲੋਕ ਉੱਥੋਂ ਦੇ ਗਰਮ ਵਸਤਰ ਖਰੀਦ ਲੈਂਦੇ ਹਨ। ਜਿਹੋ ਜਿਹੀਆਂ ਚੀਜ਼ਾਂ ਜਿਹੜੇ ਇਲਾਕਿਆਂ ਵਿੱਚ ਮਿਲਦੀਆਂ, ਕਿਤੇ ਸ਼ਸਤਰ ਬੜਾ ਮਸ਼ਹੂਰ ਹੁੰਦਾ ਹੈ, ਕਿਤੇ ਘੋੜਾ ਬੜਾ ਮਸ਼ਹੂਰ ਹੁੰਦਾ ਹੈ, ਹਲਬੀ ਤੇ ਜਨਬੀ ਦੀ ਤਲਵਾਰ ਬੜੀ ਮਸ਼ਹੂਰ ਸੀ ਉਹਨਾਂ ਸਮਿਆਂ ਦੇ ਵਿੱਚ। ਤੋ ਸਿੱਖ ਸੰਗਤਾਂ ਬੇਅੰਤ ਭੇਟਾਵਾਂ, ਮਾਇਆ, ਗਹਿਣੇ ਔਰ ਕੀਮਤੀ ਵਸਤੂਆਂ ਲੈ ਕੇ ਆਉਂਦੇ ਹਨ। ਜਰੀ ਬਾਦਲਾ ਕੇ ਬੜਥਾਨ ਲਿਆਏ ਰੇਸ਼ਮੀ ਰੰਗ ਮਹਾਨ। ਜਰੀ ਬਾਦਲਾ ਪਿਛਲੇ ਸਮਿਆਂ ਵਿੱਚ ਬੜਾ ਹੀ ਮਸ਼ਹੂਰ ਕੱਪੜਾ ਹੁੰਦਾ ਸੀ। ਇਸ ਦੇ ਕੱਪੜੇ ਮਾਤਾਵਾਂ ਦੇ ਲਈ ਬਣਾਏ ਜਾਂਦੇ ਸਨ, ਬੀਬੀਆਂ ਦੇ ਲਈ। ਤੋ ਅਮੀਰ ਲੋਕ ਇਹ ਕੱਪੜੇ ਪਹਿਨਦੇ ਸਨ, ਪਰ ਗੁਰੂ ਕਿਹੜਾ ਘੱਟ ਹੈ, ਗੁਰੂ ਦੇ ਪਰਿਵਾਰ ਕਿਹੜਾ ਘੱਟ ਹੈ। ਤੇ ਸਿੱਖ ਸੰਗਤਾਂ ਫਿਰ ਉਹ ਕੀਮਤੀ ਥਾਨਾਂ ਦੇ ਥਾਨ ਗੁਰੂ ਕੀ ਹਜ਼ੂਰੀ ਵਿੱਚ ਲੈ ਕੇ ਆਉਂਦੇ ਹਨ। ਅਨਕ ਰੀਤ ਕੇ ਮਸਰੂ ਆਵੈ ਪਸ਼ਮੰਬਰ ਕੀ ਕਸ਼ਮੀਰੀ ਲਿਆਵੈ। ਔਰ ਅਨੇਕਾਂ ਤਰ੍ਹਾਂ ਦੇ ਰੇਸ਼ਮੀ ਕੱਪੜੇ, ਸ਼੍ਰੇਸ਼ਟ ਕਸ਼ਮੀਰੀ ਪਸ਼ਮੰਬਰ ਗਰਮ ਕੱਪੜੇ ਆਦਿ, ਉਹਨਾਂ ਕੱਪੜਿਆਂ ਦੇ ਥਾਨ ਲੈ ਕੇ ਸੰਗਤ ਭੇਟ ਕਰਦੀ ਹੈ। ਖੀਨ ਖਾਬ ਕੇ ਥਾਨ ਕਨੇਰੇ ਸੁਖਮ ਅੰਬਰ ਮੋਲ ਵਡੇਰੇ। ਔਰ ਖੀਨ ਖਾਬ ਦੀ ਦਸਤਾਰ ਹੁੰਦੀ ਸੀ, ਜਿਹਨੂੰ ਇਕੱਠੀ ਕਰੋ ਤੇ ਮੁੱਠੀ ਦੇ ਵਿੱਚ ਫੜੀ ਜਾ ਸਕਦੀ ਸੀ। ਕੋ ਸਤਨਾਮ। ਇਤਨਾ ਹਲਕਾ ਔਰ ਇਤਨਾ ਕੀਮਤੀ ਉਹ ਕੱਪੜਾ ਹੁੰਦਾ ਸੀ। ਖੀਨ ਖਾਫ ਉਸ ਨੂੰ ਕਹਿੰਦੇ ਸਨ। ਦਸਤਾਰਾਂ ਦੇ ਲਈ ਉਹਨਾਂ ਦੇ ਥਾਨ ਲੈ ਕੇ ਆਉਂਦੇ। ਹੋਰ ਵੀ ਸੂਖਮ ਕੱਪੜੇ, ਵਜਨ ਵਿੱਚ ਹਲਕੇ ਤੇ ਹੰਢਣ ਵਿੱਚ ਵਧੀਆ, ਕਸ਼ਮੀਰ ਦੇ ਇਲਾਕੇ ਦੇ ਇਹ ਵਸਤੂਆਂ ਸਤਿਗੁਰਾਂ ਦੇ ਕੋਲ ਸਿੱਖ ਸੰਗਤਾਂ ਲਿਆਉਣ ਲੱਗੀਆਂ। ਹੁਣ ਕਿਸੇ ਮਸੰਦ ਨੂੰ ਕੋਈ ਪੈਸਾ ਨਹੀਂ ਦੇਣਾ, ਤਾਂ ਉਸ ਪੈਸੇ ਨੂੰ ਸਿੱਖ ਸੰਗਤਾਂ ਜਾਂ ਨਗਦ ਲੈ ਆਉਂਦੀਆਂ ਤੇ ਜਾਂ ਸੁੰਦਰ ਵਸਤੂਆਂ ਲਿਆ ਕੇ ਭੇਟ ਕਰਦੀਆਂ ਹਨ। ਖੀਨ ਖਾਬ ਕੇ ਥਾਨ ਕਨੇਰੇ ਸੁਖਮ ਅੰਬਰ ਮੋਲ ਵਡੇਰੇ। ਇਉਂ ਖੀਨ ਖਾਬ ਦੇ ਸੂਖਮ ਕੀਮਤੀ ਵਸਤਰ ਬਹੁ ਮੁੱਲੇ ਲੈ ਕੇ ਆਉਂਦੇ ਜੀ। ਜਿਸ ਇਸ ਦੇਸ਼ ਵਸਤ ਸ਼ੁਭ ਹੋਏ ਕਰੇ ਪ੍ਰੇਮ ਸਿਖਿਆ ਨਹਿ ਸੋਏ। ਔਰ ਗੁਰੂ ਨਾਲ ਪ੍ਰੇਮ ਕਰਨ ਵਾਲੀਆਂ ਸਿੱਖ ਸੰਗਤਾਂ ਆਪਣੇ ਇਲਾਕੇ ਦੀਆਂ ਮਸ਼ਹੂਰ ਤੇ ਕੀਮਤੀ ਵਸਤੂਆਂ ਖਰੀਦ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਲੈਂਦੇ ਹਨ। ਯੁਤ ਮਰਿਆਦਾ ਪੂਜਾ ਕਰੈ ਅਰਪ ਅਰਪ ਕਰ ਉਰ ਮੁਦ ਭਰੈ। ਔਰ ਜਦੋਂ ਵਸਤੂ ਖਰੀਦ ਕੇ ਘਰੇ ਰੱਖ ਲੈਂਦੇ ਤੇ ਫਿਰ ਉਹਨੂੰ ਉੱਚੇ ਥਾਂ ਤੇ ਸੁੱਚੇ ਥਾਂ ਤੇ ਰੱਖਦੇ। ਇਹ ਬਈ ਗੁਰੂ ਦੀ ਵਸਤੂ ਹੈ। ਉਦੋਂ ਵੀ ਗੁਰੂ ਯਾਦ ਆਉਂਦਾ। ਕੋਈ ਸਤਨਾਮ। ਜਿਹੜੇ ਸਾਨੂੰ 5 ਕਕਾਰ ਦਿੱਤੇ ਆ ਗੁਰੂ ਸਾਹਿਬ ਨੇ, ਕੇਸਾਂ ਨੂੰ ਵਾਹੁੰਦੇ ਆ ਗੁਰੂ ਯਾਦ ਆਉਣਾ ਚਾਹੀਦਾ, ਕੰਘਾ ਮਾਰਦੇ ਆ ਗੁਰੂ ਯਾਦ ਆਉਂਦਾ, ਕਿਉਂਕਿ ਉਹਨਾਂ ਨੇ ਸਾਨੂੰ ਕੇਸ ਰਖਾਏ ਹੈ। ਨਹੀਂ ਤਾਂ ਤੁਰਕਾਂ ਦੇ ਸਮੇਂ, ਮੁਗਲਾਂ ਦੇ ਸਮੇਂ ਭਾਰਤ ਵਰਸ਼ ਦੇ ਲੋਕਾਂ ਨੂੰ ਸਿਰ ਤੇ ਪੱਗ ਬੰਨ੍ਹਣ ਦਾ ਹੁਕਮ ਨਹੀਂ ਸੀ, ਘੋੜੇ ਤੇ ਚੜ੍ਹਨ ਦਾ ਹੁਕਮ ਨਹੀਂ ਸੀ, ਪੈਰਾਂ ਵਿੱਚ ਜੁੱਤੀ ਪਾਉਣ ਦਾ ਹੁਕਮ ਨਹੀਂ ਸੀ। ਗਲੀ ਦੇ ਵਿੱਚੋਂ ਟੱਪਣਾ ਹੈ ਤੇ ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਸੀਗੇ ਉਹ ਗਲ ਵਿੱਚ ਕੁੱਜਾ ਪਾ ਕੇ ਟੱਪਣ। ਉਸ ਵੇਲੇ ਦੇ ਧਰਮ ਦੇ ਮੁਖੀ ਜਿਹੜੇ ਬ੍ਰਾਹਮਣ ਸਨ, ਉਹ ਵੀ ਇਹਨਾਂ ਸ਼ੂਦਰਾਂ ਭਾਵ ਗਰੀਬ ਜਾਤਾਂ ਦੇ, ਨੀਵੀਆਂ ਜਾਤਾਂ, ਗੁਰੂ ਨਾਨਕ ਨਹੀਂ ਕਹਿੰਦਾ, ਮੈਂ ਉਹਨਾਂ ਦੇ ਕਹਿਣ ਮੁਤਾਬਕ ਕਹਿਣਾ ਕਿ ਜਿਨ੍ਹਾਂ ਨੂੰ ਇਹ ਨੀਚ ਜਾਤਾਂ ਕਹਿੰਦੇ ਸਨ, ਉਹਨਾਂ ਤੇ ਬੜਾ ਹੀ ਇਹ ਤਸ਼ੱਦਦ ਕਰਦੇ ਸਨ। ਪਰ ਸਤਿਗੁਰਾਂ ਨੇ ਹੌਲੀ ਹੌਲੀ ਇਹਨਾਂ ਚੀਜ਼ਾਂ ਨੂੰ ਖਤਮ ਕੀਤਾ। ਵਾਸੀ ਵਾਸੀ ਕੇ ਕਥਾਏ ਸਹਿਤ ਤਿਹਾਵਲ ਦੇਗ ਬਣਾਏ। ਹੁਣ ਜਿਹੜੇ ਨਗਰਾਂ ਚੋਂ ਇਹ ਇਕੱਠੇ ਆਉਂਦੇ ਆ, ਟੋਲੇ ਬਣ ਕੇ, ਜਥੇ ਬਣ ਕੇ ਆਉਂਦੇ ਆ, ਔਰ ਆ ਕੇ ਇਹਨਾਂ ਨੂੰ ਫਿਰ ਅਨੰਦਪੁਰ ਸਾਹਿਬ ਜਦ ਉਤਰਦੇ ਨੇ ਤੇ ਉੱਥੇ ਇਹਨਾਂ ਨੂੰ ਇੱਕ ਟੈਂਟ ਦਿੱਤਾ ਜਾਂਦਾ ਵੱਡਾ, ਇੱਕ ਜਗ੍ਹਾ ਦਿੱਤੀ ਜਾਂਦੀ। ਅੱਜ ਕੱਲ੍ਹ ਕਮਰੇ ਬਣ ਗਏ, ਉਦੋਂ ਟੈਂਟ ਹੁੰਦੇ ਸੀ ਵੱਡੇ ਵੱਡੇ। ਤਾਂ ਉੱਥੇ ਇਹਨਾਂ ਦਾ ਉਤਾਰਾ ਕਰਾਇਆ ਜਾਂਦਾ।
और फिर ये इकट्तर होके निज निज डेरे भजन करंते सिखियन सो सिख प्रेम तरंते। और गुरु प्यारिਓ ਪਹਿਲਾਂ ਕੀ ਸੀਗਾ, ਇਕੱਠੇ ਹੋ ਕੇ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਂਦੇ ਐ, ਸਾਰੇ ਆਪੋ ਆਪਣਾ ਹਿੱਸਾ ਪਾ ਕੇ ਸਤਿਗੁਰਾਂ ਦੇ ਹਜ਼ੂਰ ਭੇਟ ਕਰਦੇ ਨੇ ਔਰ ਆਪੋ ਆਪਣੇ ਡੇਰਿਆਂ ਵਿੱਚ ਤੰਬੂਆਂ ਵਿੱਚ ਬੈਠ ਕੇ ਭਜਨ ਕਰਦੇ ਐ। ਇਹਦਾ ਇੱਕ ਹੋਰ ਫਾਇਦਾ ਹੋਇਆ, ਪਹਿਲਾਂ ਮਸੰਦ ਜਾ ਕੇ ਲੈ ਆਉਂਦੇ ਸੀਗੇ, ਸਿੱਖ ਘਰੇ ਬੈਠੇ ਰਹਿੰਦੇ ਸੀਗੇ, ਕਿਸੇ ਦਾ ਟਾਈਮ ਲੱਗਦਾ ਉਹ ਆ ਜਾਂਦਾ, ਜਿਹਦਾ ਨਹੀਂ ਟਾਈਮ ਲੱਗਦਾ ਸੀ ਉਹ ਮਸੰਦਾਂ ਨੂੰ ਫੜਾ ਦਿੰਦਾ, ਤੇ ਕਈ ਮਸੰਦ ਰਾਹ 'ਚ ਹੀ ਕੁੰਡੀ ਲਾ ਲੈਂਦੇ ਸਮਾਨ ਨੂੰ। ਜਿਵੇਂ ਇੱਕ ਮਸੰਦ ਹੋਇਆ, ਉਸ ਨੇ 100 ਮੋਤੀਆਂ 'ਚੋਂ 50 ਮੋਤੀ ਰੱਖ ਲਏ, ਤੇ ਇੱਕ ਕੰਗਣ ਦਾ ਜੋੜਾ, ਸੋਨੇ ਦੇ ਕੰਗਣਾਂ ਦਾ ਇੱਕ ਜੋੜਾ, ਭਾਵ 2 ਕੰਗਣ ਭੇਜੇ ਸਨ, ਉਹ ਕੰਗਣਾਂ ਵਿੱਚੋਂ ਇੱਕ ਕੰਗਣ ਰੱਖ ਲਿਆ। ਤੇ ਜਦੋਂ ਭੇਟ ਕਰਨ ਲੱਗਿਆ ਤੇ ਇੱਕ ਕੰਗਣ ਫੇਰ ਲੁਕੋ ਲਿਆ, ਚੱਲ ਇੱਕ ਦਾ ਕੀ ਦੇਣਾ, ਉਹ ਵੀ ਪੱਗ 'ਚ ਟੰਗ ਲਿਆ, ਤੇ 50 ਮੋਤੀ ਭੇਟ ਕਰਤੇ। ਤੇ ਮੁੜ ਕੇ ਕਿਤੇ ਉਹ ਭੇਟਾ ਦੇਣ ਵਾਲਾ ਸਿੱਖ ਦਾ ਟਾਈਮ ਲੱਗ ਗਿਆ, ਉਹ ਵੀ ਆ ਗਿਆ, ਤੇ ਜਾਨੀ ਜਾਨ ਸਤਿਗੁਰ ਨੂੰ ਵੀ ਪਤਾ ਸੀਗਾ। ਜਦੋਂ ਉਹਨੇ ਮੱਥਾ ਟੇਕੇ ਆ ਕੇ ਤੇ ਕਹਿੰਦੇ, ਸਿੱਖਾ ਤੂੰ ਕੀ ਲਿਆਇਆ ਮੇਰੇ ਵਾਸਤੇ? ਕਹਿਣ ਲੱਗੇ, ਜੀ ਮੈਂ ਤਾਂ ਜੋ ਲਿਆਇਆ ਸੀ ਉਹ ਆਪ ਜੀ ਨੂੰ ਭੇਟ ਕਰ ਦਿੱਤਾ, ਤੁਹਾਡੇ ਮਸੰਦ ਨੂੰ ਫੜਾ ਦਿੱਤਾ। ਤੇ ਕਿਹੜੇ ਮਸੰਦ ਨੂੰ ਫੜਾਇਆ? ਸੱਦੋ ਉਸ ਨੂੰ। ਹਾਂ ਬਈ ਇਹਦਾ ਸਮਾਨ ਜਮ੍ਹਾਂ ਕਰਾਇਆ? ਕਹਿੰਦਾ ਹਾਂ ਜੀ। ਕੀ ਕਰਾਇਆ ਜਮ੍ਹਾਂ? ਕਹਿੰਦਾ ਜੀ 50 ਮੋਤੀ। ਸੇਖ ਕਹਿੰਦਾ ਜੀ ਕੰਗਣਾ ਦਾ ਜੋੜਾ ਸੀਗਾ, ਜੜਾਊ 100 ਮੋਤੀ ਸੀਗੇ ਤੁਹਾਡੇ ਜਿਗਾ ਵਾਸਤੇ ਜਾਂ ਮਾਲਾ ਵਾਸਤੇ। ਉਹ ਕਹਿੰਦਾ ਕੰਗਾਲ ਕੋਲ ਕਿੱਥੋਂ ਆ ਗਿਆ ਇੰਨਾ ਕੁਛ, ਝੂਠ ਬੋਲਦਾ ਹੈ। ਪਾਤਸ਼ਾਹ ਕਹਿੰਦੇ ਖੜ ਜਾ ਫਿਰ ਮੈਂ ਦੱਸਾਂ। ਉਹ ਕਹਿਣ ਲੱਗਿਆ, ਤੁਸੀਂ ਸਾਡੀਆਂ ਇੱਜ਼ਤਾਂ ਖਰਾਬ ਕਰਦੇ ਹੋ, ਅਸੀਂ ਕਿੰਨੀਆਂ ਸਾਲਾਂ ਤੋਂ ਗੁਰੂ ਘਰ ਦੀ ਸੇਵਾ ਕਰ ਰਹੇ ਹਾਂ, ਤੁਹਾਡੀ ਤਾਂ ਉਮਰ ਛੋਟੀ ਆ, ਅਸੀਂ ਬੁੱਢੇ ਹੋ ਗਏ ਸੇਵਾ ਕਰਦੇ ਕਰਦੇ। ਕਹਿੰਦੇ ਫਿਰ ਦੱਸਾਂ ਕਿਵੇਂ ਇੱਜ਼ਤ ਖਰਾਬ ਹੁੰਦੀ ਆ? ਤੇ ਪਾਤਸ਼ਾਹ ਜੀ ਨੇ ਕਹਿੰਦੇ ਉਹਦੀ ਦਸਤਾਰ ਜਦ ਝਾੜੀ ਤੇ ਦਸਤਾਰ ਵਿੱਚੋਂ ਕੰਗਣ ਨਿਕਲ ਆਇਆ। ਕੋਈ ਸਤਨਾਮ ਸਿੱਖ ਕਹਿੰਦਾ ਜੀ ਆਹੀ ਹੈ, ਇਹਦੇ ਨਾਲ ਦਾ ਜੋੜਾ ਸੀਗਾ। ਤੇ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਇਹਦੇ ਘਰੇ ਜਾਓ, ਅਨੰਦਪੁਰ ਸਾਹਿਬ ਦੇ ਵਿੱਚ ਹੀ ਰਹਿੰਦਾ ਸੀਗਾ। ਕਹਿੰਦੇ ਇਹਦੇ ਘਰੇ ਜਾਓ, ਇਹਦੇ ਚਵਾਰੇ ਵਿੱਚ ਕੋਨੇ 'ਚ ਅਲਮਾਰੀ ਹੈ, ਉਸ ਅਲਮਾਰੀ ਦੇ ਵਿੱਚ 50 ਮੋਤੀ ਤੇ ਕੰਗਣ ਵੀ ਪਿਆ, ਉਹ ਵੀ ਲੈ ਕੇ ਆਓ। ਕਹੋ ਸਤਨਾਮ। ਹੁਣ ਸਤਿਗੁਰੂ ਵਸਤੂਆਂ ਦਾ, ਸੋਨੇ ਚਾਂਦੀ ਦਾ ਭੁੱਖਾ ਨਹੀਂ, ਤੁਹਾਨੂੰ ਇਹ ਸਾਖੀ 'ਚੋਂ ਪਤਾ ਲੱਗ ਜਾਊਗਾ। ਪਰ ਸਤਿਗੁਰ ਕਹਿੰਦਾ ਜੇ ਕਿਸੇ ਸਿੱਖ ਦੀ ਭੇਟਾ ਦੇ ਰੂਪ ਵਿੱਚ ਕੌਡੀ ਵੀ ਆਈ ਹੈ ਨਾ, ਇੱਕ ਵਾਰੀ ਉਹ ਤੇ ਮੇਰੀ ਨਜ਼ਰ ਪੈਣੀ ਚਾਹੀਦੀ ਆ। ਕਹੋ ਸਤਨਾਮ। ਹੁਣ ਗੁਰੂ ਨਾ ਤਾਂ ਇੰਨੇ ਵਸਤਰ ਪਹਿਨ ਸਕਦਾ, ਅਕਸਰ ਤਾਂ ਸੰਗਤਾਂ ਨਹੀਂ ਪਾਉਣੇ ਹਨ, ਸੰਗਤਾਂ ਨੂੰ ਵੰਡ ਦਿੰਦੇ ਵਸਤਰ ਵੀ, ਪਰ ਇੱਕ ਵਾਰੀ ਸਿੱਖ ਦੀ ਭੇਟਾ ਗੁਰੂ ਦੀ ਨਜ਼ਰ ਵਿੱਚੋਂ ਨਿਕਲਣੀ ਚਾਹੀਦੀ ਹੈ, ਕਿਉਂਕਿ ਗੁਰੂ ਨੇ ਉਸ 'ਤੇ ਕਿਰਪਾ ਕਰਨੀ ਹੁੰਦੀ ਹੈ। ਇਹ ਚਿੱਠੀਆਂ ਹੁੰਦੀਆਂ ਸੰਗਤ ਦੀਆਂ ਭੇਟਾਵਾਂ ਦੇ ਰੂਪ ਦੇ ਵਿੱਚ। ਅਸਲ ਵਿੱਚ ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਸਿੱਖ ਸੰਗਤਾਂ ਆਪਣੇ ਡੇਰੇ ਵਿੱਚ ਇਕੱਠੀਆਂ ਹੁੰਦੀਆਂ ਜਦੋਂ, ਤੇ ਜਾਣ ਪਛਾਣ ਵਧਣ ਲੱਗੀ, ਪਤਾ ਲੱਗਣ ਲੱਗਿਆ ਵੀ ਤੁਸੀਂ ਭਾਈ ਸਾਹਿਬ ਅਸੀਂ ਜੀ ਫਲਾਣੇ ਥਾਂ ਤੋਂ, ਅੱਛਾ ਤੁਸੀਂ ਅਸੀਂ ਫਲਾਣੇ ਥਾਂ ਤੋਂ। ਇਉਂ ਸੰਗਤਾਂ ਵਿੱਚ ਜਾਣ ਪਛਾਣ ਦੇ ਕਾਰਨ ਪਿਆਰ ਵੀ ਵਧਿਆ ਹੈ ਜੀ। ਮਿਲ ਮਿਲ ਉਪਜਤ ਅਦਕ ਆਨੰਦ, ਜਿਮ ਭਰਾਤਾ ਸੰਗ ਭਰਾਤਾ ਬ੍ਰਿੰਦ। ਔਰ ਫਿਰ ਇੱਕ ਦੂਜੇ ਨੂੰ ਮਿਲ ਕੇ ਬੜੀ ਅੰਦਰ ਉਛਾਲਾ ਉੱਠਦਾ, ਆਨੰਦ ਦਾ, ਪ੍ਰੇਮ ਦਾ, ਖੁਸ਼ੀ ਪੈਦਾ ਹੁੰਦੀ ਹੈ, ਕਿਉਂਕਿ ਸਾਰੇ ਅਸੀਂ ਗੁਰ ਭਾਈ। ਜਦੋਂ ਪਾਤਸ਼ਾਹ ਜੀ ਦੇ ਇਸ ਹੁਕਮ ਤੋਂ ਬਾਅਦ ਇਕੱਠੇ ਹੋਣ ਲੱਗੇ ਤੇ ਸੰਗਤਾਂ ਵਿੱਚ ਪਿਆਰ ਵੀ ਵਧਣ ਲੱਗਿਆ ਜੀ। ਪਿਓ ਖਾਲਸਾ ਸ਼ਸਤਰ ਧਾਰੀ, ਪੂਜਾ ਮੇਲੇ ਪਰ ਹੋਏ ਭਾਰੀ। ਹੁਣ ਖਾਲਸਾ ਜਿਹੜਾ ਸੀਗਾ ਸ਼ਸਤਰ ਧਾਰੀ ਹੋ ਗਿਆ। ਮੇਲੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਭਾਰੀ ਪੂਜਾ ਕਰਾਉਣੀ। ਵਿਸਾਖੀ ਦਾ ਮੇਲਾ ਜਦ ਲੱਗਦਾ ਹੈ ਨਾ, ਦੁਨੀਆ ਵੀ ਤਰ੍ਹਾਂ ਤਰ੍ਹਾਂ ਦੀ ਪੂਜਾ ਕਰਦੀ ਹੈ, ਹਿੰਦੂਵਾਦ ਵਾਲੇ ਆਪਣੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਹੈ, ਪਰ ਗੁਰੂ ਸਾਹਿਬ ਵਿਸਾਖੀ ਦੇ ਦਿਹਾੜੇ ਤੇ ਸ਼ਸਤਰਾਂ ਦੀ ਪੂਜਾ ਕਰਵਾਉਂਦੇ ਸਨ। ਕੋ ਸਤਨਾਮ। ਜਿੱਤੇ ਸ਼ਸਤਰ ਨਾਮਕ ਜਿਵੇਂ ਸਾਹਮਣੇ ਸਜਾਏ ਹੋਏ ਆ, ਪਾਤਸ਼ਾਹ ਕਹਿੰਦੀ ਇਹਨਾਂ ਸਾਰੇ ਸ਼ਸਤਰਾਂ ਨੂੰ ਨਮਸਕਾਰ ਹੈ ਕਿ ਬਿਨਾਂ ਸ਼ਸਤਰ ਤੋਂ ਬੰਦਾ ਭੇਡ ਵਰਗਾ ਹੈ। ਕੋ ਸਤਨਾਮ। ਬਿਨ ਕੇਸੰਗ ਬਿਨ ਸ਼ਸਤਰੰਗ ਨਰੰਗ ਭੇਡ ਜਾਨੋ, ਗਹੁ ਕਾਨ ਤਾਹੇ ਕਿਤੇ ਲੈ ਸਿਧਾਨੋ। ਕਿਸੇ ਦੇ ਕੋਲੇ ਬੰਦੂਕ ਹੈ, ਕੰਨ ਤੇ ਲਾ ਕੇ ਉਹਨੂੰ ਜਿੱਧਰ ਮਰਜ਼ੀ ਲੈ ਜਾਵੇ, ਤੇ ਜਿਹਦੇ ਕੋਲੇ ਹੈ ਨਹੀਂ ਉਹ ਕਮਜ਼ੋਰ ਹੈ। ਭੇਡ ਦਾ ਮਤਲਬ ਇੰਨਾ ਕਮਜ਼ੋਰ ਹੈ ਕਿ ਉਹਨੂੰ ਕੋਈ ਵੀ ਲੁੱਟ ਸਕਦਾ ਹੈ। ਸ਼ਸਤਰ ਦੀ ਬੜੀ ਲੋੜ ਹੈ। ਤੇ ਪਿਛਲੇ ਪਾਸੇ ਢੂਈ ਤੇ ਭਾਵੇਂ ਫੂਕਣੀ ਕੋਈ ਲਿਆ ਕੇ ਲਾ ਦੇਵੇ, ਬਈ ਚੱਲ ਨਹੀਂ ਛੱਡੂ ਗੋਲੀ ਤੇਰੇ, ਤੇ ਅਗਲਾ ਮੂਹਰੇ ਤੁਰ ਪੈਂਦਾ ਡਰਦਾ।
तो बिना शस्त्रों तो राज भी नहीं मिलदागा। कहो किसी को राज न दे है, जो ले है निज बल पर ले है। जिते शस्त्र नामंग नमस्कार तामंग, जिते शास्त्र भयंग भाव ग्रंथ, ਉਹਨਾਂ ਨੂੰ ਵੀ ਨਮਸਕਾਰ ਹੈ ਜਿਨ੍ਹਾਂ ਵਿੱਚ ਧਰਮ ਦੀ ਗੱਲ ਹੈ, ਚਾਹੇ ਉਹ ਹਿੰਦੂ ਮਤ ਦੇ ਹੈ ਚਾਹੇ ਮੁਸਲਮਾਨ ਮਤ ਦੇ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਸਾਖਿਆਤ ਗੁਰੂ ਹੈ ਹੀ ਹੈ। ਉਹਨਾਂ ਗ੍ਰੰਥਾਂ ਦਾ ਵੀ ਸਤਿਕਾਰ ਸਤਿਗੁਰੂ ਦੱਸਦੇ ਹਨ। ਇੱਕ ਦਿਨ ਸਿੰਘ ਸਮਤ ਕੇ ਧਾਰੇ, ਬੈਠ ਪਰਸ ਪਰ ਗਿਰਾ ਉਚਾਰੇ। ਇੱਕ ਦਿਨ ਸਿੱਖ ਸੰਗਤਾਂ ਮੇਲੇ ਤੇ ਇਕੱਠੀਆਂ ਹੋਈਆਂ। ਹੁਣ ਇੱਥੋਂ ਸਾਖੀ ਆਰੰਭ ਹੁੰਦੀ ਹੈ ਜਿਹੜੀ ਆ ਸੁਣਨ ਵਾਲੀ ਹੈ। ਕਹਿੰਦੇ ਸਿੱਖ ਸੰਗਤਾਂ ਸਿਆਣੇ ਸਿੱਖ ਜਦੋਂ ਮੇਲੇ ਤੇ ਇਕੱਠੇ ਹੋਏ ਆਪਸ ਵਿੱਚ ਵਿਚਾਰਾਂ ਕਰਦੇ ਹਨ। ਸਤਿਗੁਰ ਕੋ ਦਰਸ਼ਨ ਅਤਿ ਸੋਹਤ, ਦੇਖਣ ਕਰੇ ਸਭਨ ਮਨ ਮੋਹਤ। ਕਹਿੰਦੇ ਯਾਰ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਅਸੀਂ ਸਿੰਘਾਸਣ ਤੇ ਬੈਠਿਆਂ ਦੇ, ਉਹਨਾਂ ਦੇ ਦਰਸ਼ਨ ਕਿੰਨੇ ਮਨ ਨੂੰ ਮੋਹ ਲੈਣ ਵਾਲੇ ਹਨ, ਬੜੇ ਸੁੰਦਰ ਲੱਗਦੇ ਹਨ। ਜੀ ਕਰਦਾ ਦੇਖੀ ਜਾਈਏ ਦੇਖੀ ਜਾਈਏ। ਇੱਕ ਬਨੇ ਕੰਚਨ ਕੋ ਮੰਦਰ, ਜੇਬ ਜਵਾਹਰ ਬਾਹਰ ਅੰਦਰ। ਆਪਾਂ ਇਹ ਕੰਮ ਕਰੀਏ, ਸੰਗਤਾਂ ਬੈਠ ਕੇ ਸਲਾਹ ਕਰਦੀਆਂ ਸਿਆਣੇ ਸਿੱਖ, ਆਪਾਂ ਇਹ ਕੰਮ ਕਰੀਏ। ਸਤਿਗੁਰਾਂ ਦਾ ਜਿਹੜਾ ਸਿੰਘਾਸਣ ਹੈ ਨਾ, ਉੱਥੇ ਸੋਨੇ ਦਾ ਕਮਰਾ ਬਣਾ ਦਈਏ, ਮੰਦਰ ਭਾਵ ਘਰ। ਸਤਿਗੁਰਾਂ ਦੇ ਦਰਸ਼ਨ ਦੇਣ ਲਈ ਜਿੱਥੇ ਬੈਠਦੇ ਹਨ ਸਿੰਘਾਸਣ ਤੇ, ਉਹ ਸਾਰਾ ਸੋਨੇ ਦਾ ਬਣਾਈਏ, ਅੰਦਰ ਬਾਹਰ ਉਹਦੇ ਹੀਰੇ ਜਵਾਹਰਾਤ ਜੜ ਦਈਏ। ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ। ਇਹ ਸਲਾਹ ਸੰਗਤਾਂ ਕਰਦੀਆਂ ਹਨ। ਘਰ ਪਰ ਮੁਕਤਾ ਝਾਲਰ ਹੋਏ, ਰਚੇ ਚਤਰ ਕਾਰੀਗਰ ਜੋਏ। ਵਧੀਆ ਸਿਆਣੇ ਕਾਰੀਗਰ ਲਾ ਕੇ ਆਪਾਂ ਇਹੋ ਜਿਹਾ ਦੀਵਾਨ ਬਣਾਈਏ ਸਤਿਗੁਰਾਂ ਦੇ ਬੈਠਣ ਦੇ ਲਈ, ਤੇ ਮੂਹਰੇ ਹੀਰੇ ਜਵਾਹਰਾਤਾਂ ਦੀਆਂ ਲੜੀਆਂ ਲਮਕਦੀਆਂ ਹੋਣ। ਸ੍ਰੀ ਸਤਿਗੁਰ ਬਹੁ ਮੋਲੇ ਚੀਰ, ਇੱਕ ਰੰਗ ਕੇ ਧਰੇ ਸਰੀਰ। ਔਰ ਫਿਰ ਸਤਿਗੁਰੂ ਜਿਹੜੇ ਹਨ ਸੁੰਦਰ ਇੱਕ ਰੰਗ ਦੇ ਵਸਤਰ, ਚੋਲਾ ਦਸਤਾਰ ਆਦਿ ਪਹਿਨ ਕਰਕੇ ਜਦ ਬੈਠਣਗੇ, ਦਮ ਕੇ ਹੀਰੇ ਆਦ ਜਰਾਹੋ, ਪਹਿਰ ਵਿਭੂਖਨ ਕੋ ਸਮਦਾਓ। ਔਰ ਜਦੋਂ ਉਹ ਹੀਰੇ ਜਵਾਹਰਤ ਲੱਗੇ ਹੋਏ ਸਿੰਘਾਸਣ ਦੇ ਆਸੇ ਪਾਸੇ, ਉਹਨਾਂ ਦੀਆਂ ਲਸ਼ਕੋਰਾਂ ਸਤਿਗੁਰਾਂ ਦੇ ਉੱਪਰ ਪਹਿਨਗੀਆਂ ਔਰ ਦਮਕਣਗੇ ਭਾਵ ਚਮਕਣਗੇ। ਔਰ ਸਤਿਗੁਰਾਂ ਦੇ ਸਰੀਰ ਦੇ ਉੱਤੇ ਵੀ ਜੜਾਊ ਗਹਿਣੇ ਪਹਿਨ ਕੇ ਵਿਭੂਖਣ ਭਾਵ ਜਿਵੇਂ ਜਿਗਾ ਕਲਗੀ ਸੈਂਟਰ 'ਚ ਹੁੰਦੀ ਹੈ, ਉਹਦੇ ਸਾਈਡਾਂ ਜਿਹੜੀਆਂ ਦੋ ਤਿੰਨ ਲੜੀਆਂ ਇਸ ਤਰ੍ਹਾਂ ਲਾਈਆਂ ਹੁੰਦੀਆਂ, ਉਹਨੂੰ ਜਿਗਾ ਕਹਿੰਦੇ ਆ। ਜਦੋਂ ਇਹ ਸਭ ਕੁਝ ਪਹਿਨ ਕਰਕੇ, ਜਿਗਾ ਸੁਖਲਗੀ ਸਿਰ ਪਰ ਧਾਰ ਹੈ, ਪਰ ਗ੍ਰਹਿ ਸ੍ਰੀ ਕਿਰਪਾਨ ਕੋ ਡਰ ਹੈ। ਔਰ ਜਿਗਾ ਤੇ ਕਲਗੀ ਸਜਾ ਕੇ ਤੇ ਗਾਤਰੇ ਜਦ ਵੱਡੀ ਤਲਵਾਰ ਪਾਈ ਹੋਵੇਗੀ। ਤਰਕਸ ਜਰੇ ਜਵਾਹਰ ਜਾਲ, ਬਨੀ ਚੁਗਿਰ ਦੇ ਮੁਕਤਾ ਮਾਲ। ਔਰ ਜਿਨ੍ਹਾਂ ਦਾ ਤਰਕਸ਼ ਗੁਰੂ ਪਿਆਰਿਓ ਤੀਰਾਂ ਦਾ ਪੱਥਾ ਜਿਹੜਾ ਹੈ ਉਹਨੂੰ ਤਰਕਸ਼ ਕਹਿੰਦੇ ਹਨ, ਜਿਹਦੇ ਵਿੱਚ ਤੀਰ ਪਾਏ ਹੁੰਦੇ ਹੈ। ਕਹਿੰਦੇ ਇੱਕ ਭੱਥਾ ਬਣਾਈਏ ਸੋਹਣਾ ਜਿਹਾ, ਉਸ ਦੇ ਉੱਤੇ ਵੀ ਹੀਰੇ ਜਵਾਹਰਾਤ ਸੋਨਾ ਚਾਂਦੀ ਜੜ ਦਈਏ। ਇਸ ਕੋ ਧਰੇ ਤਨਖ ਲੈ ਹਾਥ, ਅਸ ਸ਼ੋਭਾ ਯੁਤ ਹੋਏ ਗੁਰਨਾਥ। ਔਰ ਉਸ ਨੂੰ ਗਾਤਰੇ ਪਾ ਕੇ ਤਰਕਸ਼ ਨੂੰ ਤੀਰਾਂ ਦੇ ਭੱਥੇ ਨੂੰ ਤੇ ਹੱਥ ਵਿੱਚ ਉਹਨਾਂ ਦੇ ਕਮਾਨ ਫੜਿਆ ਹੋਵੇ, ਉਸ ਕਮਾਨ ਤੇ ਵੀ ਹੀਰੇ ਜੜ ਦਈਏ। ਸਭ ਕੁਝ ਇਸ ਘਰ ਦੇ ਵਿੱਚ ਕੰਚਨ ਚਦਨ ਬਿਰਾਜੇ ਫੇਰੇ, ਇਸ ਪ੍ਰਕਾਰ ਹਮ ਦਰਸ਼ਨ ਹੇਰੇ। ਜਦੋਂ ਇਹੋ ਜਿਹਾ ਰੂਪ ਧਾਰਨ ਕਰਕੇ ਮੇਰੇ ਪ੍ਰੀਤਮ ਉਹ ਸੋਨੇ ਦੇ ਬਣੇ ਹੋਏ ਮੰਦਰ ਵਿੱਚ ਜਦੋਂ ਆ ਕੇ ਬਿਰਾਜਮਾਨ ਹੋਣਗੇ ਦਰਸ਼ਨ ਦੇਣ ਲਈ, ਸੁੰਦਰ ਸ਼ੋਭਾ ਹੋਏ ਵਿਸਾਲਾ, ਨੈਤ੍ਰਿਪ ਤੇ ਹਮ ਪਿਕ ਤਿਸ ਕਾਲਾ। ਫਿਰ ਉਹ ਕਿੱਡੇ ਸੋਹਣੇ ਲੱਗਣਗੇ। ਸਿਆਣੇ ਸਿੱਖ ਬੈਠ ਕੇ ਸਲਾਹਾਂ ਕਰਦੇ ਐ। ਆਪਾਂ ਵੀ ਜਦੋਂ ਕੋਈ ਨਵਾਂ ਗੁਰੂ ਘਰ ਬਣਾਉਣੇ ਐ ਤੇ ਪ੍ਰਬੰਧਕਾਂ ਦਾ ਖਿਆਲ ਹੁੰਦਾ ਇੱਥੋਂ ਵਧੀਆ ਤੋਂ ਵਧੀਆ ਚੀਜ਼ਾਂ ਫਿੱਟ ਕੀਤੀਆਂ ਜਾਣ, ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਿਰਾਜਮਾਨ ਕਰਨਾ ਹੈ ਆਪਾਂ ਨੇ। ਤਾਂ ਉਸ ਵੇਲੇ ਸਾਖਿਆਤ ਗੁਰੂ ਜੀ ਆਪ ਹਨ 10ਵੇਂ ਪਾਤਸ਼ਾਹ। ਕਹਿੰਦੇ ਇੱਦਾਂ ਦਾ ਕਿਤੇ ਸਿਸਟਮ ਆਪਾਂ ਕਰੀਏ, ਪੈਸਿਆਂ ਦਾ ਤੋੜਾ ਨਹੀਂ ਆ ਆਪਣੇ ਕੋਲ। ਮਿਲੇ ਸਿੰਘ ਅਸ ਮਸਲਤ ਕਰ ਹੈ, ਸਤਿਗੁਰ ਪ੍ਰੇਮ ਹਿਰਦੇ ਬਹੁਤਰ ਹੈ। ਇਉਂ ਸਿੰਘਾਂ ਨੇ ਬੈਠ ਕਰਕੇ ਐਸੀ ਸਲਾਹ ਮਸ਼ਵਰਾ ਕੀਤਾ ਹੈ, ਕਿਉਂਕਿ ਸਤਿਗੁਰਾਂ ਨਾਲ ਪ੍ਰੇਮ ਹੀ ਬਹੁਤ ਸੀ ਸਿੱਖ ਸੰਗਤਾਂ ਦਾ। ਸ਼੍ਰੀ ਗੋਬਿੰਦ ਸਿੰਘ ਸਭ ਕੇ ਸੁਆਮੀ, ਲਖੀ ਬਾਤ ਹੈ ਅੰਤਰ ਜਾਮੀ। ਔਰ ਸਤਿਗੁਰੂ ਪਾਤਸ਼ਾਹ ਨੇ ਗੱਲ ਬੁੱਝ ਲਈ ਇਹਨਾਂ ਸਿੱਖਾਂ ਦੇ ਹਿਰਦੇ ਦੀ।
ਅੰਤਰਜਾਮਤਾ ਨਾਲ ਜਾਣ ਲਈ ਕਿ ਮੇਰੇ ਸਿੱਖ ਮੇਰੇ ਨਾਲ ਕਿੰਨਾ ਪਿਆਰ ਕਰਦੇ ਆ, ਮੈਂ ਇਹਨਾਂ ਦੀ ਇੱਛਾ ਪੂਰੀ ਨਾ ਕਰ ਦੇਵਾਂ। ਸ਼ਰਧਾ ਪੂਰਨ ਹਿਤ ਨਿਜ ਦਾਸ, ਲਿਹੁ ਬੁਲਾਏ ਲਿਖਾਰੀ ਪਾਸ। ਔਰ ਸਿੱਖ ਸੰਗਤਾਂ ਦੀ ਇਹ ਇੱਛਾ ਭਾਵਨਾ ਪੂਰੀ ਕਰਨ ਵਾਸਤੇ ਇੱਕ ਲਿਖਾਰੀ ਨੂੰ ਸੱਦ ਲਿਆ। ਲਿਖਾਰੀ ਨੂੰ ਕਹਿੰਦੇ ਵੀ ਗੱਲ ਸੁਣ, ਸ੍ਰੀ ਮੁਕਤਿ ਅਸ ਆਗਿਆ ਕਰੇ, ਹਰੀ ਮੋਹੇ ਸੰਗਤ ਸੁਖ ਭਰੇ। ਲੈ ਵੀ ਸਿੱਖਾ, ਸੰਗਤ ਮੇਰੀ ਬਹੁਤ ਪਿਆਰੀ ਆ, ਹਰੀ ਭਰੀ ਹੈ। ਗੁਰੂ ਪਿਆਰਿਓ, ਜਦੋਂ ਮਸੰਦ ਖਤਮ ਕੀਤੇ ਸੀ ਨਾ, ਉਦੋਂ ਮਸੰਦਾਂ ਨੂੰ ਪੁੱਛਿਆ ਸੀ ਕੀ ਗੱਲ ਬਈ ਇਹ ਆਮਦਨ ਘਟਦੀ ਜਾਂਦੀ ਆ। ਕਹਿੰਦੇ ਜੀ ਸਿੱਖ ਗਰੀਬ ਹੋ ਗਏ। ਕਹਿੰਦੇ ਮੇਰੇ ਸਿੱਖ ਹੀ ਗਰੀਬ ਹੋ ਗਏ, ਹੋਰ ਕਿਸੇ ਗਰੀਬੀ ਗਈ ਨਹੀਂ ਇਹ। ਕਹਿੰਦੇ ਨਹੀਂ ਜੀ, ਪਹਿਲਾਂ ਵਾਲਾ ਦਸੌਂਦ ਹੁਣ ਕੱਢਦਾ ਨਹੀਂ ਕੋਈ, ਸਿੱਖਾਂ ਦੇ ਕੋਲੇ ਹੈ ਹੀ ਨਹੀਂ। ਫਿਰ ਪਾਤਸ਼ਾਹ ਜੀ ਨੂੰ ਗੁੱਸਾ ਆਇਆ ਤੇ ਇਹ ਮਸੰਦ ਪੁਣੇ ਨੂੰ ਖਤਮ ਕੀਤਾ। ਮੇਰੇ ਪ੍ਰੀਤਮ ਜੀ ਕਹਿਣ ਲੱਗੇ, ਸਿੱਖਾ ਚਿੱਠੀ ਲਿਖ, ਦੇਖੋ ਹੁਕਮਨਾਮੇ ਸਭ ਦੇਸ਼, ਲਿਆਵੇ ਸੋਈ ਨਾ ਕਰ ਅਸੀਸ। ਕਾਰ ਕਾਰ ਭੇਟਾ 10 ਮਨ ਸੌਂਦ। ਕਹਿੰਦੇ ਐ ਕਰੋ, ਚਿੱਠੀਆਂ ਲਿਖੋ, ਹੁਕਮਨਾਮੇ ਲਿਖੋ ਸਾਰੇ ਦੇਸ਼ਾਂ ਦੀਆਂ ਸੰਗਤਾਂ ਨੂੰ, ਔਰ ਵਿੱਚ ਲਿਖੋ ਕਿ ਸਾਨੂੰ ਇਤਨਾ ਸੋਨਾ ਤੇ ਚਾਂਦੀ ਚਾਹੀਏ, ਔਰ ਸੋਨਾ ਚਾਹੀਦਾ ਖਾਸ ਕਰਕੇ। ਇਹ ਹੁਕਮਨਾਮੇ ਲਿਖ ਕੇ ਸਾਰੇ ਦੇਸ਼ਾਂ ਦੀਆਂ ਸੰਗਤਾਂ ਨੂੰ, ਸੂਬਿਆਂ ਦੀਆਂ ਸੰਗਤਾਂ ਨੂੰ, ਨਗਰਾਂ ਦੀਆਂ ਸੰਗਤਾਂ ਨੂੰ ਭੇਜਣੇ ਕਰੋ ਜੀ। ਏਮ ਬੰਗਲਾ ਗੁਰੂ ਬਣਾਵੈ, ਯਾਤੇ ਸਭੇ ਕੰਚਨ ਲਿਆਵੈ। ਕੀ ਲਿਖਣਾ ਹੈ? ਗੁਰੂ ਸਾਹਿਬ ਜੀ ਲਿਖਾਉਂਦੇ ਹਨ ਕਿ ਲਿਖੋ, 10ਵੇਂ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ ਕਿ ਉਹਨਾਂ ਦੇ ਲਈ ਇੱਕ ਸੋਨੇ ਦਾ ਬੰਗਲਾ ਤਿਆਰ ਕਰਨਾ ਹੈ, ਸੋਨੇ ਦਾ ਆਸਣ ਸਿੰਘਾਸਣ ਮੰਦਰ ਤਿਆਰ ਕਰਨਾ ਹੈ, ਤੇ ਸੋਨੇ ਦੀ ਜ਼ਰੂਰਤ ਹੈ ਹੁਣ। ਸੁਣਤ ਲਿਖਾਰੇ ਲਿਖ ਸਮੁਦਾਏ, ਦੇਸ਼ ਵਿਦੇਸ਼ਨ ਵਿਖੇ ਪਠਾਏ। ਔਰ ਲਿਖਾਰੀ ਨੂੰ ਜਿਵੇਂ ਹੁਕਮ ਹੋਇਆ ਉਹਨੇ ਉਸੇ ਤਰ੍ਹਾਂ ਹੁਕਮਨਾਮੇ ਲਿਖ ਦਿੱਤੇ। ਉਦੋਂ ਹੱਥੀਂ ਲਿਖਿਆ ਕਰਦੇ ਸਨ, ਔਰ ਲਿਖ ਕਰਕੇ ਹੁਕਮਨਾਮੇ ਚਿੱਠੀਆਂ ਸਾਰੇ ਦੇਸ਼ਾਂ ਦੇ ਵਿੱਚ ਜਿਹੜੇ ਜਿਹੜੇ ਵੀ ਸੰਗਤ ਆਉਂਦੀ ਆ ਉਹਨਾਂ ਦੇ ਮੁਖੀਆਂ ਨੂੰ ਫੜਾਈ ਜਾਂਦੀ, ਜਾਓ ਭਾਈ ਆਪਣੇ ਇਲਾਕੇ ਵਿੱਚ ਗੁਰੂ ਕਾ ਇਹ ਹੁਕਮ ਸੁਣਾਉਣਾ ਕਰੋ ਜੀ। ਹੋਏ ਕਬੀਸ ਰਹਿਤ ਪਨ ਤੋਲਾ, ਅਸ ਕੁੰਦਨ ਆਨੇ ਬੋ ਮੋਲਾ। ਤੇ ਸਿਉਣਾ ਵੀ ਕਿਹੜਾ ਲਿਆਉਣਾ ਹੈ? ਜਿਹੜਾ 21 ਰੁਪਏ ਤੋਲੇ ਵਾਲਾ ਹੈ। ਭਾਵ ਉਦੋਂ ਸੋਨੇ ਦਾ ਮੁੱਲ ਇੰਨਾ ਕੀ ਹੁੰਦਾ ਸੀਗਾ, ਔਰ 21 ਰੁਪਏ ਤੋਲਾ ਉਹ ਸੋਨਾ ਸੀ ਜਿਹਨੂੰ ਕੁੰਦਨ ਕਹਿੰਦੇ ਆ। ਇੱਕ ਤਾਂ ਸੋਨਾ ਹੁੰਦਾ ਹੈ ਜਿਹੜਾ ਤੁਹਾਨੂੰ ਦਿੰਦੇ ਆ ਬਣਾ ਕੇ ਸੁਨਿਆਰ, ਗੁਰੂ ਪਿਆਰਿਓ ਉਹਦੇ ਵਿੱਚ ਖੋਟ ਹੁੰਦਾ ਹੈ, ਉਹਨੂੰ 22 ਕੈਰਟ ਕਹਿੰਦੇ ਆ। ਜਦੋਂ ਉਹਨੂੰ ਸੋਧਦੇ ਆ ਉਹਨੂੰ 24 ਕੈਰਟ ਕਹਿੰਦੇ ਆ। ਉਹ ਵੀ ਕੁੰਦਨ ਨਹੀਂ ਹੁੰਦਾ, ਉਹਦੀ ਵੀ ਫੇਰ ਸਧਾਈ ਹੁੰਦੀ ਹੈ। ਫਿਰ ਜਿਹੜਾ ਉਹ ਸੋਨਾ ਨਿਕਲਦਾ ਹੈ ਉਹ 24 ਕੈਰਟ ਤੋਂ ਵੀ ਮਹਿੰਗਾ ਸੋਨਾ ਹੁੰਦਾ ਹੈ। ਤੇ ਉਸ ਵੇਲੇ ਉਹਦਾ ਭਾਅ ਸੀ 21 ਰੁਪਏ ਤੋਲਾ, ਚਾਂਦੀ ਦੇ 21 ਰੁਪਈਆਂ ਦਾ ਉਹ ਤੋਲਾ ਸੋਨਾ। ਕਹਿੰਦੇ ਉਹ ਸੋਨਾ ਲੈ ਕੇ ਆਓ ਕੁੰਦਨ ਵਾਲਾ। ਆਸਨ ਹੋਏ ਤਾਂ ਲੀਜੇ ਮੋਲ, ਆਨੋ ਜੈ ਕੈ ਤੇ ਲਿਓ ਤੋਲ। ਜਿਨ੍ਹਾਂ ਦੇ ਕੋਲੇ ਆ ਉਹ ਆਪਣੇ ਘਰੋਂ ਲਿਆਓ ਇਕੱਠਾ ਕਰਕੇ, ਤੇ ਜਿਨ੍ਹਾਂ ਦੇ ਕੋਲੇ ਹੈ ਨਹੀਂ ਭਾਈ, ਜਿਹੜਾ ਦਸੌਂਦ ਕੱਢਿਆ ਹੈ ਉਹਦੇ ਬਦਲੇ ਖਰੀਦ ਕੇ ਲਿਆਓ ਜੀ। ਮੇਰੇ ਦੂਰ ਹੁਕਮ ਲਿਖ ਪਠਿਓ, ਖੋਲਿਓ ਕਾਗਦ ਸਿੱਖਣ ਪਠਿਓ। ਔਰ ਇਹ ਚਿੱਠੀਆਂ ਦੂਰ ਨੇੜੇ ਜਿੱਥੇ ਜਿੱਥੇ ਸੰਗਤਾਂ ਵਸਦੀਆਂ ਹੈ ਗੁਰੂ ਪਿਆਰਿਓ ਚਾਰੇ ਦਿਸ਼ਾਵਾਂ ਦੇ ਵਿੱਚ ਭੇਜ ਦਿੱਤੀਆਂ ਹਨ। ਲੈ ਲੈ ਕੰਚਨ ਕੋ ਚਲੇ ਆਏ, ਕੁੰਦਨ ਕੀ ਸ਼ੁਭ ਜਿਨਸ ਲਿਆਏ। ਔਰ ਸਿੱਖਾਂ ਨੇ ਜਦੋਂ ਖੋਲ ਕੇ ਹੁਕਮਨਾਮੇ ਪੜ੍ਹੇ ਤੇ ਸਿੱਖਾਂ ਨੂੰ ਚਾਅ ਚੜ ਗਿਆ, ਗੁਰੂ ਸਾਹਿਬ ਦੇ ਵਾਸਤੇ ਸੋਨੇ ਦਾ ਘਰ ਬਣਾਉਣਾ, ਗੱਲ ਹੀ ਕੋਈ ਨਹੀਂ। ਤੇ ਸਿੱਖ ਸੰਗਤਾਂ ਨੇ ਉਹੀ ਮਹਿੰਗਾ ਸੋਨਾ 21 ਰੁਪਏ ਤੋਲੇ ਵਾਲਾ, ਭਾਵ ਕੁੰਦਨ ਦੀ ਕਿਸਮ ਜਿਹੜੀ ਹੈ, ਜਿਨਸ ਦਾ ਮਤਲਬ ਹੈ ਕਿਸਮ, ਕੁੰਦਨ ਦੀ ਕਿਸਮ ਵਾਲਾ ਉਹ ਸੋਨਾ ਜਿਹੜਾ ਇਕੱਠਾ ਕਰਕੇ ਬੜਾ ਕੀਮਤੀ ਲਿਆਉਣਾ ਸ਼ੁਰੂ ਕੀਤਾ ਹੈ ਜੀ। ਸ੍ਰੀ ਕਲਗੀਧਰ ਕੇ ਹੋ ਲਖੀਜੈ, ਜੰਗਨਾਥ ਪਰ ਹੁਕਮ ਪਠੀਜੈ। ਔਰ ਮੁਨੀਮ ਨੂੰ ਹੁਕਮ ਹੋਇਆ, ਲੈ ਵੀ ਸੋਨਾ ਜਮਾ ਕਰਦਾ ਜਾ ਤੇ ਇਹਨਾਂ ਦੇ ਨਾਮ ਲਿਖਦਾ ਜਾ। ਪੁਰਸ਼ੋਤਮ ਪਰ ਲਿਖਿਓ ਪਠਾਇਓ, ਹੁਕਮ ਮੇ ਵਡਾਲੇ ਕਰਤਾਇਓ। ਔਰ ਜਗਨਨਾਥ ਵੱਲ ਵੀ ਹੁਕਮ ਭੇਜਿਆ ਸਤਿਗੁਰੂ ਜੀ ਨੇ, ਕਿਹਾ ਕਿ ਜਗਨਨਾਥ ਨੂੰ ਹੁਕਮ ਹੈ ਉਹ ਵੀ ਸੋਨਾ ਲੈ ਕੇ ਆਵੇ। ਮੇਵੜਾ ਭਾਵ ਸਿੱਖ ਭੇਜੇ ਆ, ਮੇਵੜਾ ਅਰਦਾਸੀਏ ਨੂੰ ਕਹਿੰਦੇ ਆ, ਜਿਹੜਾ ਨੇੜੇ ਰਹਿੰਦਾ ਪਾਤਸ਼ਾਹ ਜੀ ਦੇ।
ਜਗਨਨਾਥ ਵੀ ਕਹਿੰਦੇ ਸੁਨੇਹਾ ਭੇਜਿਆ। होते जो पांडे तह परदाना कागद दियो तीनों के पाना। ਪੁਰਸ਼ੋਤਮ ਤੇ ਹੁਕਮ ਲਿਖ ਕੇ ਭੇਜ ਦਿੱਤਾ, ਭਾਵ ਗੁਰੂ ਸਾਹਿਬ ਜੀ ਦਾ ਦਿੱਤਾ ਹੁਕਮ। ਪੁਰਸ਼ੋਤਮ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਸ਼ਬਦ ਵਰਤੇ ਹੈ। 10ਵੇਂ ਪਾਤਸ਼ਾਹ ਜੀ ਦਾ ਇਹ ਹੁਕਮ ਲਿਖ ਕਰਕੇ ਇੱਕ ਸਿੱਖ ਨੂੰ ਫੜਾ ਕੇ ਚਿੱਠੀ ਭੇਜ ਦਿੱਤੀ ਆ। ਜਿਹੜੇ ਜਗਨਨਾਥ ਦੇ ਵਿੱਚ ਪਾਂਡੇ ਹੁੰਦੇ ਸਨ, ਜਿਹੜਾ ਉਹਨਾਂ ਦਾ ਪ੍ਰਧਾਨ ਸੀ, ਉਹਨੂੰ ਜਾ ਚਿੱਠੀ ਦਿੱਤੀ ਹੈ। पढ़ सुन हुक्म सकल बिस्माए जंगनाथ पर कौन पठाए। ਔਰ ਉਹਨਾਂ ਪਾਂਡਿਆਂ ਨੇ ਚਿੱਠੀ ਪੜ੍ਹੀ ਵੀ ਜਗਨਨਾਥ ਤੇ ਕਿਹਨੇ ਹੁਕਮ ਕਰਤਾ, ਕਿਉਂਕਿ ਹੁਕਮਾਂ ਦਾ ਮਾਲਕ ਹੈ। ਜਗਨਨਾਥ ਦੇ ਵਿੱਚ ਬਾਬਾ ਨਾਨਕ ਜੀ ਗਏ ਨੇ ਪਹਿਲਾਂ। ਹੁਣ ਉੱਥੇ ਜਗਨਨਾਥਪੁਰੀ ਹੈ ਜਿਹੜੀ, ਉੱਥੇ ਬਾਬੇ ਨਾਨਕ ਜੀ ਨੇ ਆਰਤੀ ਉਚਾਰੀ ਆ। ਜਦੋਂ 10ਵੇਂ ਪਾਤਸ਼ਾਹ ਜੀ ਨੇ ਇਹ ਚਿੱਠੀ ਜਗਨਨਾਥ ਦੇ ਪਾਂਡਿਆਂ ਕੋਲ ਵੀ ਭੇਜ ਦਿੱਤੀ ਬਈ ਇੰਨਾ ਸੋਨਾ ਚਾਹੀਦਾ ਹੈ, ਉਹ ਹੈਰਾਨ ਹੋ ਗਏ ਬਈ ਇਹ ਹੁਕਮ ਦੇ ਨਾਲ ਸੋਨਾ ਕੌਣ ਮੰਗਵਾ ਰਿਹਾ ਹੈ। हम तो किसको जाने नाही ऐसो कौन प्यो जग माही। ਇਹੋ ਜਿਹਾ ਕੌਣ ਹੈ ਜਿਹੜਾ ਜਗਨਨਾਥਪੁਰੀ ਤੋਂ ਵੀ ਹੁਕਮ ਦੇ ਨਾਲ ਕਹਿੰਦਾ ਵੀ ਫਲਾਨਾ ਸੋਨਾ ਇੰਨਾ ਲੈ ਕੇ ਭੇਜਣਾ ਕਰੋ, ਅਸੀਂ ਤਾਂ ਜਾਣਦੇ ਨਹੀਂ। रहो मेवड़े निस बिसरामो लखे करेंगे सतगुर कामो। ਔਰ ਮੇਵੜੇ ਨੇ ਕਿਹਾ ਭਾਈ ਉਹ ਸੋਨੂੰ ਜਾਣਦਾ, ਤੁਸੀਂ ਨਹੀਂ ਜਾਣਦੇ ਹੋਵੋਗੇ। ਤੇ ਸਿੱਖ ਉੱਥੇ ਰੁਕ ਗਿਆ। ਹੁਣ ਅਗਲਾ ਕੰਮ ਗੁਰੂ ਦਾ ਹੈ ਬਈ ਉਹ ਕੀ ਇੱਥੇ ਜੁਗਤ ਬਣਾਉਂਦੇ ਹਨ। इनको लिखियो व्यर्थ न जावे परशोत्तम गुर कार दिवावे। ਉਹ ਉੱਤਮ ਪੁਰਸ਼ ਗੁਰੂ ਆਪ ਹੀ ਇਹਨਾਂ ਤੋਂ ਕਾਰ ਭੇਟਾ ਦਵਾਊਗਾ, ਆਪਾਂ ਲੜ ਕੇ ਥੋੜਾ ਲਿਜਾਣੀ ਆ। ਇਹ ਉਹੀ ਕੋਈ ਕਲਾ ਵਰਤਾਉਣਗੇ। को जो राजा धर्मात्मा लखे सो ठाकर बड़ो महात्मा। ਹੁਣ ਉੱਥੋਂ ਜਿਹੜਾ ਰਾਜਾ ਸੀ ਨਾ, ਧਰਮਾਤਮਾ, ਬੜਾ ਧਰਮੀ ਬੰਦਾ ਸੀਗਾ। ਉਹ ਠਾਕਰਾਂ ਦੀ ਮਹਿਮਾ ਜਾਣਦਾ ਸੀ। ਭਈ ਜਾਮਨੀ ਇਕਲ ਥਿਰਿਓ ਜਗਨਨਾਥ ਤਬ ਸ਼ਬਦ ਉਚਰਿਓ। ਹੁਣ ਇਹ ਜਗਨਨਾਥ ਦੇ ਮੰਦਿਰ ਦੇ ਵਿੱਚ ਠਾਕਰਾਂ ਦੀ ਪੂਜਾ ਕਰਦਾ ਸੀ ਇਸ ਰਾਜਾ। ਤੇ ਜਦੋਂ ਇਹ ਰਾਤ ਨੂੰ ਕਹਿੰਦੇ ਸੁੱਤਾ ਕੱਲਾ, ਤੇ ਜਗਨਨਾਥ ਦੇ ਕੋਲੋਂ ਇਹਨੂੰ ਆਵਾਜ਼ ਆਈ ਹੈ। ਅਪਰ ਨ ਸੁਨੇ ਸਰਬ ਪਰ ਸੋਏ ਭੂਪਤ ਸੁਨੇ ਕਹਿਓ ਪ੍ਰਭ ਜੋਏ। ਕਹਿਣ ਲੱਗੇ ਉਸ ਵੇਲੇ ਫਿਰ ਜੋ ਆਵਾਜ਼ ਆਈ, ਜਗਨਨਾਥ ਇੱਥੇ ਪਰਮੇਸ਼ਰ ਦਾ ਨਾਮ ਵੀ ਹੈ। ਜਗਨਨਾਥ ਕੋਈ ਹੋਰ ਨਹੀਂ ਹੈ। ਬਾਬੇ ਨਾਨਕ ਨੇ ਜਦੋਂ ਜਗਨਨਾਥਪੁਰੀ ਜਾਣਾ ਕੀਤਾ ਨਾ, ਤੇ ਚਾਨ ਚੱਕ ਜਦ ਗਏ, ਸ਼ਾਮਾਂ ਦਾ ਸਮਾਂ ਸੀ ਤੇ ਪਾਂਡੇ ਆਰਤੀ ਕਰ ਰਹੇ ਸੀਗੇ। ਤੇ ਧੰਨ ਗੁਰੂ ਨਾਨਕ ਦੇਵ ਜੀ ਵੀ ਉੱਥੇ ਪਿੱਛੇ ਜਾ ਕੇ ਉਹਨਾਂ ਦੇ ਖੜ ਗਏ ਜਾਂ ਬੈਠ ਗਏ। ਹੁਣ ਜਦ ਆਰਤੀ ਚੱਲਦੀ ਹੈ ਮੰਦਿਰ ਦੇ ਵਿੱਚ, ਤੇ ਵਾਰੀ-ਵਾਰੀ ਥਾਲ ਨੂੰ ਸਾਰੀ ਫੜ ਕੇ ਘੁਮਾਉਣਾ ਕਰਦੇ ਆ, ਸਾਰੀ ਉਹ 'ਚ ਹਿੱਸਾ ਪਾਉਂਦੇ ਆਰਤੀ ਦੇ ਵਿੱਚ। ਤੇ ਉਹਨਾਂ ਨੇ ਉਹ ਆਰਤੀ ਵਾਲਾ ਥਾਲ ਗੁਰੂ ਨਾਨਕ ਦੇਵ ਜੀ ਵੱਲ ਵੀ ਕੀਤਾ, ਤੇ ਪਾਤਸ਼ਾਹ ਨੇ ਹੱਥ ਕਰਕੇ ਰੋਕਤਾ, ਕਹਿੰਦੇ ਤੁਸੀਂ ਕਰੋ, ਅਸੀਂ ਤਾਂ ਵੇਖਦੇ ਹੁੰਨੇ ਆ। ਜਦੋਂ ਆਰਤੀ ਸਮਾਪਤ ਹੋ ਗਈ ਤੇ ਉਹ ਕਹਿਣ ਲੱਗੇ, ਮਹਾਰਾਜ ਇਹ ਤੁਸੀਂ ਆਰਤੀ ਕਿਉਂ ਨਹੀਂ ਕੀਤੀ? ਤੁਸੀਂ ਵੀ ਤਾਂ ਸਾਨੂੰ ਹਿੰਦੂ ਸਾਧੂ ਲੱਗਦੇ ਹੋ, ਮਹਾਂਪੁਰਸ਼ ਲੱਗਦੇ ਹੋ। ਬਾਬਾ ਜੀ ਕਹਿੰਦੀ ਅਸੀਂ ਆਰਤੀ ਕਰਦੇ ਨਹੀਂ, ਅਸੀਂ ਤਾਂ ਵੇਖਦੇ ਹੁੰਨੇ ਆ। ਨਾਲੇ ਤੁਸੀਂ ਕਿਹਦੀ ਆਰਤੀ ਕਰਦੇ ਸੀਗੇ? ਕਹਿੰਦੇ ਜਗਨਨਾਥ ਦੀ। ਕਹਿੰਦੇ ਕਿੱਥੇ ਆ ਜਗਨਨਾਥ? ਕਹਿੰਦੇ ਆਹ ਦੇਖੋ ਮੂਰਤੀ ਬਣੀ ਹੋਈ ਆ ਸਾਹਮਣੇ ਠਾਕਰ ਦੀ। ਕਹਿੰਦੇ ਅੱਛਾ ਇਹ ਜਗਨਨਾਥ ਹੈ। ਵੇ ਜਗਨਨਾਥ ਹੁੰਦਾ ਕੌਣ ਹੈ? ਕਹਿੰਦੇ ਜਗਨਨਾਥ ਜੱਗ ਦਾ ਮਾਲਕ ਮਹਾਰਾਜ। ਕਹਿੰਦੇ ਯਾਰ ਜਿੱਡਾ ਉਹ ਵੱਡਾ ਹੈ, ਓਡੀ ਵੱਡੀਆਂ ਕਿਸੇ ਦੀਆਂ ਦਾਤਾਂ ਹੁੰਦੀਆਂ, ਜੇਵੜ ਆਪ ਤੇਵੜ ਤੇਰੀ ਦਾਤ। ਹੁਣ ਸੰਸਾਰ ਕਿੱਡਾ ਵੱਡਾ ਤੇ ਜਗਨਨਾਥ ਆ ਕੰਨ ਤੇ ਛੋਟੀ ਜਿਹੀ ਮੂਰਤੀ ਆ। ਮੈਂ ਨਹੀਂ ਇਹਨੂੰ ਮੰਨਦਾ। ਕੋ ਸਤਨਾਮ। ਪਾਂਡੇ ਕਹਿੰਦੇ ਫਿਰ ਸੋਡਾ ਜਗਨਨਾਥ ਹੋਰ ਕਿਹੜਾ? ਕਹਿੰਦੀ ਉਹ ਜਗਨਨਾਥ ਜਿਹੜਾ ਨਾ ਇਹ ਸੰਸਾਰ ਤੋਂ ਵੱਡਾ ਹੈ। ਉਹਦੀ ਆਰਤੀ 24 ਘੰਟੇ ਚੱਤੋ ਪੈਰ ਹੋ ਰਹੀ ਆ। ਕਹਿੰਦੇ ਜੀ ਕਿੱਥੇ ਹੋ ਰਹੀ ਆ, ਸਾਨੂੰ ਵੀ ਦੱਸੋ। ਫਿਰ ਪਾਤਸ਼ਾਹ ਨੇ ਉੱਥੇ ਕਿਹਾ ਮਰਦਾਨੀਆਂ ਰਬਾਬ ਜਾ, ਤੇ ਪਾਤਸ਼ਾਹ ਨੇ ਗਾਇਆ ਫਿਰ ਸ਼ਬਦ। ਤਨਹਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ, ਤਾਰ ਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੈ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਜਦੋਂ ਵਜਦ ਵਿੱਚ ਆ ਕੇ ਗਾਇਆ ਤੇ ਪਾਂਡਿਆਂ ਨੇ ਸੁਣਿਆ। ਪਾਂਡੇ ਕਹਿਣ ਲੱਗੇ ਮਹਾਰਾਜ ਇਹ ਕੀ ਗਾਇਆ, ਸਾਨੂੰ ਸਮਝਾਓ। ਕਹਿੰਦੇ ਜਿਹੜੀ ਜਗਨਨਾਥ ਦੀ ਆਰਤੀ ਹੈ ਨਾ, ਉਹ ਆਕਾਸ਼ ਦਾ ਥਾਲ ਹੈ ਉਸ ਦਾ। ਆ ਨਿੱਕੀ ਜਿਹੀ ਥਾਲੀ ਨਾਲ ਨਹੀਂ ਸਾਡਾ ਹੀ ਤੁਸੀਂ ਲਈ ਖੜੇ ਹੋ। ਆਕਾਸ਼ ਥਾਲ ਹੈ, ਗਗਨਮੈ ਥਾਲ 24 ਘੰਟੇ ਚੱਲਦੀ ਆ। 12 ਘੰਟੇ ਸੂਰਜ ਤੇ 12 ਘੰਟੇ ਚੰਦਰ ਜਗਦਾ ਉਹਦੇ ਵਿੱਚ। ਕੋ ਸਤਨਾਮ।
ਤੁਸੀਂ ਇਹਦੇ ਵਿੱਚ ਫੁੱਲ ਰੱਖੇ ਆ ਗੁਲਾਬ ਆਦि ਤੋੜ ਕੇ, ਉਹਨੇ ਉਹਦੇ ਵਿੱਚ ਤਾਰੇ ਸਜਾਏ ਹੋਏ ਆ। ਕੋਈ ਸਤਨਾਮ। ਤਾਰਕਾ ਮੰਡਲ ਜਲਕ ਮੋਤੀ। ਤੁਸੀਂ ਅਗਰਬੱਤੀ ਲਾਈ ਆ ਜਾਂ ਧੂਫ ਲਾਈ ਆ ਗੁੱਗਲ ਦੀ, ਉਸ ਨੇ ਚੰਦਨ ਦੇ ਦਰਖਤ ਫਿੱਟ ਕੀਤੇ ਹੋਏ ਆ, ਗੁਲਾਬ ਗੇਂਦੇ ਦੇ ਪੌਦੇ ਫਿੱਟ ਕੀਤੇ ਹੋਏ ਨੇ। ਇਹ ਸਾਰੀ ਖੁਸ਼ਬੂ ਉਥੋਂ ਓਰੀਜਨਲ ਜਾ ਰਹੀ ਆ, ਕੁਦਰਤੀ। ਤਾਰਕਾ ਮੰਡਲ ਜਲਕ ਮੋਤੀ। ਧੂਪ ਮਲਿਆਨ ਲੋ। ਹਿਮਾਲਿਆ ਪਰਬਤ ਕੰਨੀ ਬਹੁਤੇ ਚੰਦਨ ਹੈ। ਧੂਪ ਮਲਿਆਨ ਲੋ ਤੇ ਪਵਨ ਚਵਰੋ ਕਰੇ। ਜਦ ਹਵਾ ਚੱਲਦੀ ਹੈ, ਦਰਖਤ ਹਲਦੇ ਆ ਤੇ ਕਹਿੰਦੇ ਉਸ ਤੇ ਚੌਰ ਹੋ ਰਿਹਾ। ਕੋਈ ਸਤਨਾਮ। ਸਗਲ ਬਨਰਾਏ ਫੁਲੰਤ ਜੋਤੀ। ਅਸੀਂ ਤਾਂ ਗੁਲਾਬ ਦੇ ਪੌਦੇ ਤੋਂ ਫੁੱਲ ਖੋਹ ਕੇ ਲਿਆਂਦਾ ਹੈ ਤੇ ਇੱਥੇ ਚੜਾਤਾ, ਪਰ ਇਹ ਸਾਰੀ ਕੁਦਰਤ ਆਪਣੇ ਫੁੱਲ ਪੈਦਾ ਕਰਕੇ ਉਸ ਅਕਾਲ ਪੁਰਖ ਤੋਂ, ਉਸ ਜਗਨਨਾਥ ਤੋਂ ਵਾਰ ਰਹੀ ਹੈ। ਰਹਾਓ। ਇੰਨਾ ਕਹਿ ਕੇ ਪਾਤਸ਼ਾਹ ਰੁਕ ਗਏ। ਪਾਂਡੇ ਕਹਿੰਦੇ ਮੰਨੀ ਆ, ਤੁਹਾਡੀ ਗੱਲ ਮੰਨ ਲਈ, ਇਹ ਤੁਹਾਡੀ ਆਰਤੀ ਹੋ ਰਹੀ ਆ, ਚਲੋ ਅਸੀਂ ਮੰਨ ਲੈਂਦੇ ਆ, ਪਰ ਜਿਹਦੀ ਆਰਤੀ ਹੋ ਰਹੀ ਆ ਉਹ ਕਿੱਥੇ ਹੈ? ਸਾਡੇ ਤਾਂ ਸਾਹਮਣੇ ਮੂਰਤੀ ਆ। ਕੋਈ ਸਤਨਾਮ ਸੀ। ਕਹਿੰਦੇ ਉਹ ਕਿਆ ਦੱਸਾਂ। ਰਹਾਓ। ਸਹਿਸ ਤਵ ਨੈਣ ਨਨ ਨੈਣ ਹਾਹੇ ਤੋਹੇ ਕੋ। ਉਹ ਇੱਕ ਜਾਂ ਦੋ ਅੱਖਾਂ ਵਾਲਾ ਨਹੀਂ, ਉਹਦੀਆਂ ਹਜ਼ਾਰਾਂ ਅੱਖਾਂ ਹੈ। ਸਹਿਸ ਮੂਰਤ ਨਾਨਾ ਏਕ ਤੋਂ ਹੀ ਹਜ਼ਾਰਾਂ ਅੱਖਾਂ ਕਿੱਥੇ? ਕਹਿੰਦੇ ਆ ਜਿਤਨੇ ਤੁਸੀਂ ਖੜੇ ਹੋ ਸਾਰੇ ਇਹ ਉਹਦੀਆਂ ਅੱਖਾਂ ਹਨ ਤੇ ਆ ਸਾਰੇ ਸਰੀਰ ਉਸੇ ਦੇ ਹੀ ਆ। ਕੋ ਸਤਨਾਮ। ਸਹਿਸ ਮੂਰਤ ਨਨਾ ਇੱਕ ਤੋਂ ਹੀ। ਤੇਰੀ ਕਿਤੇ ਇੱਕ ਮੂਰਤੀ ਹੈ? ਕਾਹੂ ਲੈ ਪਾਹਣ ਪੂਜ ਧਰਿਓ ਸਿਰ। ਕਾਹੂ ਲੈ ਲਹਿੰਗਰੇ ਲਟਕਾਇਓ। ਕਾਹੂ ਲਖਿਓ ਹਰ ਅਵਾਚੀ ਦਿਸ਼ਾ में। काहू पछा को सीस नवायो। को बतान को पूजता बस। को मृतान को पूजन तायो। कूर क्रिया और जियो सब जग। श्री भगवान को भेद ना पायो। ਉਹ ਕਹਿੰਦੇ ਕੱਲਾ ਮੱਕੇ ਦੇ ਵਿੱਚ ਹੈ, ਸ਼ਿਵ ਦੇ ਵਾਲੇ ਪਾਸੇ। ਉਹ ਕਹਿੰਦੇ ਕੱਲਾ ਸਾਡੇ ਚੜ੍ਹਦੇ ਵਾਲੇ ਪਾਸੇ ਹੀ ਆ, ਹੋਰ ਕਿਤੇ ਹੈ ਨਹੀਂਗਾ। ਕੋ ਸਤਨਾਮ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਸਹਿਸ ਮੂਰਤ ਨੈਣਾ ਏਕ ਤੋਈ। ਸਹਿਸ ਪਦ। ਉਹ ਹਜ਼ਾਰਾਂ ਪੈਰਾਂ ਤੇ ਤੁਰਿਆ ਫਿਰਦਾ ਹੈ। ਸਹਿਸ ਪਦ ਬਿਮਲ ਨਨਾ ਏਕ ਪਦ। ਉਹਦਾ ਇੱਕ ਪੈਰ ਨਹੀਂ ਹੈ। ਗੰਧ ਬਿਨਾ ਸਹਿਸ ਤਵ ਗੰਧ। ਉਹਦਾ ਇੱਕ ਨੱਕ ਨਹੀਂ, ਆ ਸਾਰੇ ਨੱਕ ਉਸੇ ਦੇ ਕੋਲੇ ਖੁਸ਼ਬੂ ਲੈ ਕੇ ਜਾ ਰਹੇ ਨੇ। ਇਸੇ ਕਰਕੇ ਸ਼ਾਇਦ ਉਹਦਾ ਇੱਕ ਨਾਮ ਨਾਨਕ ਵੀ ਪੈ ਗਿਆ। ਕੋ ਸਤਨਾਮ ਸ੍ਰੀ। ਤਾਂ ਗੰਧ ਬਿਨਾ ਸਹਿਸ ਤਵ ਗੰਧ। ਇਵ ਚਲਤ ਮੋਹੀ। ਤੇਰੀਆਂ ਇਹਨਾਂ ਚਾਲਾਂ ਨੇ, ਇਹਨਾਂ ਕੌਤਕਾਂ ਨੇ ਮੈਨੂੰ ਮੋਹ ਲਿਆ। ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਆ ਜਿਹੜੀ ਜੋਤ ਦੀਵੇ ਜਗਾ ਕੇ ਰੱਖੇ ਆ ਨਾ, ਇਹਦੇ ਨਾਲੋਂ ਤੱਕ ਵੱਡੀ ਜੋਤ ਸਾਰਿਆਂ ਵਿੱਚ ਹੈ। ਜਿਵੇਂ ਅਸਮਾਨ ਕੈ ਸਮਸਤ ਵਿੱਚ ਇੱਕ ਜੋਤ ਹੈ। ਨਾ ਬਾਦ ਹੈ ਨਾ ਘਾਟ ਹੈ, ਨਾ ਘਾਟ ਬਾਦ ਹੋਤ ਹੈ। ਸਭ ਮੈਂ ਜੋਤ ਜੋਤ ਹੈ ਸੋਏ। ਕੀੜੀ ਵਿੱਚ ਵੀ ਹੈ, ਮਨੁੱਖ ਦੇ ਵਿੱਚ ਵੀ ਹੈ, ਹਾਥੀ ਵਿੱਚ ਵੀ ਹੈ, ਦਰਖਤਾਂ ਵਿੱਚ ਵੀ ਹੈ, ਪਹਾੜਾਂ ਵਿੱਚ ਵੀ ਹੈ, ਜੜ ਵਿੱਚ ਵੀ ਹੈ, ਚੇਤਨ ਵਿੱਚ ਵੀ ਹੈ। ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਚਾਨਣ ਦਾ ਭਾਵ ਇੱਥੇ ਦੀਵੇ ਦੀ ਲਾਈਟ ਦਾ ਚਾਨਣ ਨਹੀਂ, ਚਾਨਣ ਦਾ ਮਤਲਬ ਗਿਆਨ ਹੈ। ਜਦੋਂ ਬੱਦਲਾਂ ਦਾ ਮੌਸਮ ਹੋ ਜਾਂਦਾ ਤੇ ਤੁਸੀਂ ਕੀੜੀਆਂ ਨੂੰ ਵੇਖਦੇ ਹੋ, ਖੱਡਾਂ ਵਿੱਚੋਂ ਆਂਡੇ ਬਾਹਰ ਲਿਆਉਂਦੀਆਂ, ਕਾਰਨ ਉਹਨਾਂ ਦਾ ਖਿਆਲ ਬਣ ਗਿਆ ਬਈ ਸਾਡੇ ਬੱਚੇ ਮਰ ਜਾਣਗੇ, ਪਾਣੀ ਆ ਰਿਹਾ। ਕੋ ਸਤਨਾਮ। ਮੀਂਹ ਆ ਰਿਹਾ। ਚਿੜੀ ਨੂੰ ਪਤਾ ਹੈ ਕਿ ਮੇਰਾ ਬੱਚਾ ਦਾਣਾ ਚੱਬ ਨਹੀਂ ਸਕਦਾ। ਚਿੜੀ ਆਪਦੇ ਮੂੰਹ 'ਚ ਦਾਣਾ ਲੈ ਕੇ ਚੱਬਦੀ ਆ ਔਰ ਉਸ ਨੂੰ ਬਰੀਕ ਕਰਕੇ ਫਿਰ ਉਹ ਬੱਚੇ ਦੇ ਮੂੰਹ 'ਚ ਪਾਉਂਦੀ ਆ ਬੋਟ ਦੇ। ਕੋ ਸਤਨਾਮ। ਉਹਨੂੰ ਕਿਹਨੇ ਸਿਖਾਇਆ? ਗਾਂ ਨੂੰ ਪੁਰਾਣੇ ਸਮਿਆਂ 'ਚ ਬੱਗ ਇਕੱਠਾ ਕਰਕੇ ਲੋਕ ਚਾਰਨ ਜਾਂਦੇ, ਉਹਨਾਂ ਦੇ ਛੋਟੇ ਬੱਚੇ ਘਰੇ ਬੰਨ ਜਾਂਦੇ, ਸਾਰਾ ਦਿਨ ਗਊਆਂ ਚਰਦੀਆਂ ਰਹਿੰਦੀਆਂ। ਜਦੋਂ ਸ਼ਾਮਾਂ ਨੂੰ ਪਾਲੀ ਉਹਨਾਂ ਗਊਆਂ ਦਾ ਮੂੰਹ ਮੋੜ ਕੇ ਪਿੰਡ ਕੰਨੀ ਕਰਦਾ ਨਾ, ਫਿਰ ਜਾਂਦੇ ਤਾਂ ਗਊਆਂ ਲਿਜਾਣੀਆਂ ਪੈਂਦੀਆਂ, ਪਰ ਆਉਂਦੇ ਲਿਆਉਣੀਆਂ ਨਹੀਂ ਪੈਂਦੀਆਂ, ਉਹ ਭੱਜ ਲੈਂਦੀਆਂ। ਵਾਹੋ ਦਾ ਹੀ ਕੀ ਹੋ ਜਾਂਦਾ ਭਲਾ? ਉਹਨਾਂ ਨੂੰ ਬੱਚਾ ਯਾਦ ਆ ਜਾਂਦਾ, ਬੱਚੀ ਯਾਦ ਆ ਜਾਂਦੀ ਕਿ ਮੇਰਾ ਬੱਚਾ ਭੁੱਖਾ ਹੈ, ਮੈਂ ਸਾਰਾ ਦਿਨ ਖਾ ਖਾ ਕੇ ਜਿਹੜਾ ਦੁੱਧ ਤਿਆਰ ਕੀਤਾ ਇਹ ਮੈਂ ਜਾ ਕੇ ਆਪਣੇ ਬੱਚੇ ਨੂੰ ਪਿਆਉਣਾ ਹੈ। ਤੇ ਆ ਕੇ ਉਹ ਗਊਆਂ ਆਪਣੇ ਬਛੜੂਆਂ ਕੋਲੇ ਖੜ ਜਾਂਦੀਆਂ। ਕੋ ਸਤਨਾਮ ਸੀ। ਇਸ ਕਰਕੇ ਪਾਤਸ਼ਾਹ ਕਹਿੰਦੇ ਸਾਰਿਆਂ ਵਿੱਚ ਉਹਦੀ ਜੋਤ ਕੰਮ ਕਰ ਰਹੀ ਹੈ। ਭਾਵ ਗਿਆਨ ਜਿੰਨਾ ਜਿੰਨਾ ਕਿਸੇ ਨੂੰ ਲੋੜ ਹੈ ਉਹਨਾਂ ਸਭ ਨੂੰ ਦਿੱਤਾ ਹੈ। ਸਭ ਮੈਂ ਜੋਤ ਜੋਤ ਹੈ ਸੋਏ। ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਕਹਿੰਦੇ ਮਹਾਰਾਜ ਇਹਦੇ ਬਾਰੇ ਸਾਨੂੰ ਵੀ ਗਿਆਨ ਦਿਓ। ਕਹਿੰਦੇ ਜੇ ਪੁੱਛਣਾ ਤੇ ਗੁਰੂ ਕੋਲੇ ਬਹਿ ਕੇ ਪੁੱਛੋ। ਗੁਰ ਸਾਖੀ, ਸਾਖੀ ਕੋਲੇ
ਸਾਖੀ ਜਦੋਂ ਸਾਹਮਣੇ ਗੁਰੂ ਬੈਠਾ ਤੇ ਉਹਨੂੰ ਪੁੱਛੋ ਫਿਰ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੇ ਸੋ ਆਰਤੀ ਹੋਏ। ਨਾਲੇ ਥਾਲ ਘਮਾਉਣਾ ਆਰਤੀ ਨਹੀਂ, ਉਹਦੇ ਭਾਣੇ ਨੂੰ ਮੰਨਣਾ ਆਰਤੀ ਹੈ। ਆਰਤੀ ਦਾ ਮਤਲਬ ਖੁਸ਼ ਕਰਨਾ ਹੀ ਹੈ ਨਾ। ਜੇ ਸੱਥ ਵਿੱਚ ਬੈਠ ਕੇ ਤਾਂ ਗੱਲਾਂ ਕਰੇ, ਮੇਰਾ ਬਾਪੂ ਬੜਾ ਅਮੀਰ ਹੈ, ਬਾਪੂ ਬੜਾ ਸਿਆਣਾ ਹੈ, ਬਾਪੂ ਕੋਲੇ ਬੜੀ ਜਾਇਦਾਦ ਹੈ, ਮੇਰਾ ਬਾਪੂ ਬੜਾ ਚੰਗਾ ਹੈ। ਤੇ ਜੇ ਘਰੇ ਬਾਪੂ ਪਾਣੀ ਮੰਗੇ ਤੇ ਉਦੋਂ ਪਾਸਾ ਮਾਰ ਕੇ ਟੱਪ ਜੇ, ਫਿਰ ਦੱਸੋ ਤਾਂ ਬਾਪੂ ਖੁਸ਼ ਹੋ ਜਾਊਗਾ? ਸਿਫਤ ਕਰਿਆ ਕੱਲੀ ਕੋ ਸਤਨਾਮ। ਪਿਆਰ ਦੀ ਲੋੜ ਹੈ, ਉਸ ਦੇ ਭਾਣੇ ਦੇ ਵਿੱਚ ਰਹਿਣ ਦੀ ਲੋੜ ਹੈ। ਇਸ ਕਰਕੇ ਉਹ ਮਾਲਕ ਖੁਸ਼ ਹੁੰਦਾ ਹੈ। ਬਸ ਜੋ ਤਿਸ ਭਾਵੈ ਸੋ ਆਰਤੀ ਹੋਏ, ਉਹੋ ਹੀ ਆਰਤੀ ਹੈ। ਜੋ ਉਹਨੂੰ ਚੰਗਾ ਲੱਗਦਾ ਉਹ ਤੈਨੂੰ ਵੀ ਚੰਗਾ ਲੱਗੇ। ਕਹੋ ਸਤਨਾਮ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋ, ਜਿਸ ਭਾਵੈ ਸੋ ਆਰਤੀ ਹੋਏ। ਹਰ हे ਹਰੀ ਚਰਨ ਕਵਲ ਮਕਰੰਦ, ਤੇਰੇ ਚਰਨ ਖੁਸ਼ਬੂ ਦੇ ਭਰੇ ਹੋਏ। ਚਰਨ ਕਵਲ ਮਕਰੰਦ, ਤੇਰੇ ਚਰਨ ਜਿਹੜੇ ਹਨ ਇਹ ਫੁੱਲਾਂ ਦੀ ਤਰ੍ਹਾਂ। ਮੈਂ ਭੌਰਾ ਬਣ ਜਾਵਾਂ ਤੇ ਤੂੰ ਫੁੱਲ ਬਣ ਜਾਵੇਂ, ਮੈਂ ਤੇਰੇ ਚਰਨਾਂ ਦੇ ਨਾਲ ਜੁੜ ਜਾਵਾਂ। ਚਰਨ ਕਮਲ ਮਕਰੰਦ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿਆਂ ਕੋ ਹੋਏ ਜਾਤੇ ਤੇਰੇ ਨਾਏ ਵਾਸਾ। ਇੱਕ ਥਾਂ ਨਾਮ ਵਾਸਾ ਵੀ ਲਿਖਿਆ, ਇਹ ਸ਼ਬਦ ਰਹਿਰਾਸ ਵਿੱਚ ਵੀ ਲਿਖਿਆ, ਤੇ ਗੁਰੂ ਪਿਆਰਿਓ ਕੀਰਤਨ ਸੋਹਲੇ ਵਿੱਚ ਵੀ ਲਿਖਿਆ, ਤੇ ਜਿੱਥੇ ਸ਼ਬਦ ਦਾ ਰਾਗ ਬਣਦਾ ਉੱਥੇ ਵੀ ਚੜਾਇਆ। ਇੱਕ ਥਾਂ ਨਾਏ ਵਾਸਾ ਲਿਖਿਆ, ਇੱਕ ਥਾਂ ਨਾਮ ਵਾਸਾ ਲਿਖਿਆ। ਤੋ ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਉਹ ਜਗਨਨਾਥਪੁਰੀ ਦੇ ਵਿੱਚ ਬਾਬੇ ਨੇ ਚਿੱਠੀ ਭੇਜ ਦਿੱਤੀ ਆ, ਤੇ ਰਾਜਾ ਜਿਹੜਾ ਉੱਥੋਂ ਦਾ ਧਰਮੀ ਸੀਗਾ, ਉਹ ਠਾਕਰਾਂ ਦੀ ਪੂਜਾ ਕਰਦਾ ਸੀ, ਜਗਨਨਾਥ ਦੀ ਪੂਜਾ ਕਰਦਾ ਸੀ। ਔਰ ਜਦੋਂ ਪਾਂਡਿਆਂ ਨੇ ਸੁਣਿਆ, ਚਿੱਠੀ ਨੂੰ ਪੜ੍ਹ ਕੇ ਦੇਖਿਆ ਜਾਂ ਸੁਣਿਆ, ਕਹਿੰਦੇ ਯਾਰ ਕੌਣ ਹੈ ਸਾਡੇ ਤੇ ਹੁਕਮ ਚਲਾਉਣ ਵਾਲਾ। ਆਪਰ ਨ ਸੁਨੇ ਸਰਬ ਪਰ ਸੋਏ, ਭੂਪਤ ਸੁਨੇ ਕਹਿਓ ਪ੍ਰਭ ਜੋਏ। ਹੁਣ ਬਾਕੀ ਤਾਂ ਸਾਰੇ ਸੌਂ ਗਏ, ਤੇ ਰਾਜਾ ਜਿਹੜਾ ਹੈ ਇਸ ਨੂੰ ਇੱਕ ਆਵਾਜ਼ ਆਈ ਹੈ। ਪਾਮੈ ਪਾਲਕ ਮਮ ਅਵਤਾਰ, ਲੀਨੋ ਸਤਿਗੁਰ ਕੋ ਤਨ ਧਾਰ। ਜਗਨਨਾਥ ਮੰਦਿਰ ਚੋਂ ਆਵਾਜ਼ ਆਈ, ਉਹ ਰਾਜਿਆ ਅਸਲ ਦੇ ਵਿੱਚ ਮੇਰਾ ਹੀ ਅਵਤਾਰ ਹੈ, ਉਹ ਮੇਰਾ ਹੀ ਰੂਪ ਧਾਰ ਕੇ ਆਇਆ ਹੈ। ਰੱਖਨ ਹਿੰਦਨ ਪਨੇ ਕੀ ਲਾਜ, ਅਪਰ ਨੇਕ ਸੁਧਾਰਨ ਕਾਜ। ਇਹ ਉਹ ਹੈ ਜਿਹਨੇ ਇਸ ਹਿੰਦ ਦੀ, ਇਸ ਭਾਰਤ ਵਰਸ਼ ਦੀ ਇੱਜ਼ਤ ਰੱਖੀ ਆ, ਔਰ ਹੋਰ ਅਨੇਕਾਂ ਕਾਰਜ ਕੀਤੇ ਹਨ। ਦਿੱਲੀ ਨੇ ਤਰਕੇਸ਼ਨ ਕੀਤ, ਰਾਜ ਤੇਜ ਤਿਨ ਖੋਵਣ ਹੇਤ। ਦਿੱਲੀ ਦੇ ਜ਼ੁਲਮੀ ਰਾਜੇ ਦਾ ਰਾਜ ਤੇਜ ਖਤਮ ਕਰਨ ਵਾਸਤੇ ਜੋ ਆਇਆ, ਮੇਰਾ ਹੀ ਦੂਸਰਾ ਰੂਪ ਧਾਰ ਕੇ। ਸਭ ਪਰ ਹੁਕਮ ਗੁਰੂ ਕੋ ਪਹਿੋ, ਕੁੰਦਨ ਦੇਸ਼ ਵਿਦੇਸ਼ਨ ਲਿਓ। ਇਹ ਉਹਦਾ ਹੁਕਮ ਹੈ ਕਿ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ ਉਸਨੇ ਕੁੰਦਨ ਰੂਪੀ ਸੋਨਾ ਮੰਗਵਾਇਆ ਹੈ। ਸੋ ਮੇਰੋ ਹੀ ਹੁਕਮ ਪਛਾਨਾ, ਉਰਸ ਦੇਨਾ ਆਨੋ ਆਨ। ਇਹ ਮੇਰਾ ਹੀ ਹੁਕਮ ਸਮਝ, ਮਨ ਵਿੱਚ ਸ਼ੰਕਾ ਨਾ ਕਰ, ਜਿੰਨਾ ਸੋਨਾ ਹੈ ਭੇਜ ਉੱਥੇ। ਹਮਰੇ ਦੇਸ਼ ਦੇ ਦੇਹੋ ਸੁਤੋਲਾ, ਕੁੰਦਨ ਜਿਨਸ ਹੋਏ ਬਹੁ ਮੋਲਾ। ਔਰ ਮੇਰੇ ਵੱਲੋਂ ਆਵਾਜ਼ ਆਈ ਜਗਨਨਾਥ ਵੱਲੋਂ, ਮੇਰੇ ਵੱਲੋਂ 100 ਤੋਲਾ ਸੋਨਾ ਕੁੰਦਨ ਰੂਪ ਦਾ ਵਧੀਆ ਸੋਨਾ ਭੇਜੋ। ਅਹੇ ਮੇਵਰਾ ਪੁਰੀ ਮਜਾਰੇ, ਤਿਸ ਕੋ ਨਿਕਟ ਹਕਾਰ ਸਕਾਰੇ। ਚਿੱਠੀ ਲਿਆਉਣ ਵਾਲਾ ਸਿੱਖ ਹਜੇ ਇੱਥੇ ਪੁਰੀ 'ਚ ਹੀ ਰਹਿ ਰਿਹਾ ਹੈ, ਉਹਨੂੰ ਬੁਲਾ ਤੜਕੇ। ਸਾਦਰ ਦੀਜੇ ਹਮਰੇ ਦਿਸ਼ਤੇ, ਬਿਰਥਾ ਹੁਕਮ ਫਿਰੇ ਨਹਿ ਜਿਸਤੇ। ਸਤਕਾਰ ਸਹਿਤ ਮੇਰੇ ਵੱਲੋਂ 100 ਤੋਲਾ ਸੋਨਾ ਭੇਜ, ਉਹਦਾ ਭੇਜਿਆ ਹੁਕਮ ਖਾਲੀ ਨਹੀਂ ਜਾਣਾ ਚਾਹੀਏ। ਸੁਨਮਈ ਪਾਲਕ ਨਿਸ਼ਾ ਬਿਤਾਏ, ਹੋਤ ਪ੍ਰਾਤ ਕੇ ਲਿਓ ਬੁਲਾਏ। ਰਾਜੇ ਨੇ ਜਦ ਇਹ ਗੱਲ ਸੁਣੀ, ਸੌਂ ਗਿਆ। ਤੜਕੇ ਦਿਨ ਚੜੇ, ਫਿਰ ਉਹ ਸਿੱਖ ਨੂੰ ਬੁਲਾਉਂਦਾ। ਫਿਰ ਕੀ ਗੱਲਬਾਤ ਹੁੰਦੀ ਹੈ ਆਪਾਂ ਕੱਲ ਨੂੰ ਸਰਵਣ ਕਰਾਂਗੇ। ਗੁਰੂ ਕਿਰਪਾ ਕਰਨ। ਵਿਚਾਰਾਂ ਇੱਥੇ ਰੋਕਦੇ ਆ, ਬੋਲਦੇ ਆ, ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अविनाश, हे पूरन हे सर्व पंचन गुणतास। हे संगी हे निरंकार हे निर्गुण सब टेक। हे गोविंद हे गुण निधान, जाके सदा विवेक। हे अपरंपर हर हरे, हो बनहार। हे संत कै सदा संग, आधार। हे ठाकुर हौं दास रो, निर्गुण गुण
ਨਾਨਕ ਦੀਜੈ ਨਾਮ ਦਾਨ ਰੱਖੋਏ ਕਰੋਏ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।